ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਪੰਜਾਬ ਮੇਲ US ਟੀਵੀ। ਮੈਂ ਸੁਖਦੀਪ ਕੌਰ ਸੰਧੂ। ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ। ਪਹਿਲਾਂ ਪੇਸ਼ ਨੇ ਚੋਣਵੀਆਂ ਖਬਰਾਂ। ਕਿਸਾਨਾਂ ਦੇ ਹੱਕ 'ਚ ਪੂਰਾ ਦੁਆਬਾ ਰਿਹਾ ਮੁਕੰਮਲ ਬੰਦ, ਲੋਕਾਂ ਨੇ ਖੁੱਲ੍ਹ ਕੇ ਦਿੱਤਾ ਕਿਸਾਨਾਂ ਨੂੰ ਸਮਰਥਨ। ਭਾਰਤ ਬੰਦ ਦੇ ਦੌਰਾਨ ਮੁੱਖ ਮੰਤਰੀ ਚੰਨੀ ਨੇ ਕੀਤਾ ਕਿਸਾਨਾਂ ਦੇ ਹੱਕ 'ਚ ਟਵੀਟ। ਭਾਰਤ ਬੰਦ ਦੇ ਚੱਲਦੇ ਕਿਸਾਨਾਂ ਨੇ ਸਵੇਰੇ 6 ਵਜੇ ਤੋਂ ਅੰਮ੍ਰਿਤਸਰ ਜੰਮੂ ਕਸ਼ਮੀਰ ਬਟਾਲਾ ਦੇ ਨਜ਼ਦੀਕ ਨੈਸ਼ਨਲ ਹਾਈਵੇ ਕੀਤਾ ਜਾਮ। ਭਾਰਤ ਬੰਦ ਦੀ ਕਾਲ ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਅੰਮ੍ਰਿਤਸਰ ਦੇ ਗੋਲਡਨ ਗੇਟ ਤੇ ਕੀਤਾ ਗਿਆ ਪ੍ਰਦਰਸ਼ਨ। ਸੰਯੁਕਤ ਕਿਸਾਨ ਮੋਰਚਾ ਦੇ ਵੱਲੋਂ ਬਰਨਾਲੇ ਦੇ ਵਿੱਚ ਕੀਤੀ ਜਾਵੇਗੀ ਵਿਸ਼ਾਲ ਕਾਨਫਰੰਸ, ਲੱਖਾਂ ਕਿਸਾਨਾਂ ਦੇ ਪਹੁੰਚਣ ਦੀ ਸੰਭਾਵਨਾ। ਭਾਰਤ ਬੰਦ ਦੇ ਦੌਰਾਨ ਖੁੱਲੇ ਪਾਸਪੋਰਟ ਦਫ਼ਤਰ ਵੀ ਕਿਸਾਨਾਂ ਨੇ ਕਰਵਾਏ ਬੰਦ, ਕਿਹਾ ਕੇਂਦਰ ਸਰਕਾਰ ਨੇ ਜਾਣਬੁੱਝ ਕੇ ਖੋਲੇ ਸਰਕਾਰੀ ਅਦਾਰੇ। ਰੇਲ ਆਵਾਜਾਈ ਰੋਕਣ ਨਾਲ ਹਜ਼ਾਰਾਂ ਲੋਕ ਹੋਏ ਪਰੇਸ਼ਾਨ, ਕਿਸਾਨਾਂ ਨੇ ਯਾਤਰੀਆਂ ਲਈ ਕੀਤਾ ਖਾਣ ਪੀਣ ਦਾ ਪ੍ਰਬੰਧ। ਕਿਸਾਨਾਂ ਨੇ ਮੋਗਾ ਜਲੰਧਰ ਨੈਸ਼ਨਲ ਹਾਈਵੇ ਕੀਤਾ ਬੰਦ, ਕੇਂਦਰ ਸਰਕਾਰ ਖਿਲਾਫ ਕੀਤੀ ਜੰਮ ਕੇ ਨਾਅਰੇਬਾਜ਼ੀ। ਹੁਣ ਖਬਰਾਂ ਵਿਸਥਾਰ ਨਾਲ। ਸੰਯੁਕਤ ਕਿਸਾਨ ਮੋਰਚਾ ਦਿੱਲੀ ਦੇ ਸੱਦੇ ਤੇ 27 ਸਤੰਬਰ ਦੇ ਦੇਸ਼ ਵਿਆਪੀ ਚੱਕਾ ਜਾਮ ਨੂੰ ਭਰਪੂਰ ਹੁੰਗਾਰਾ ਦਿੰਦੇ ਹੋਏ ਦੁਆਬੇ ਅੰਦਰ ਭਾਰਤ ਬੰਦ ਦਾ ਵਿਆਪਕ ਅਸਰ ਵੇਖਣ ਨੂੰ ਮਿਲਿਆ ਹੈ ਤੇ ਕਿਸਾਨ ਜਥੇਬੰਦੀਆਂ ਦੇ ਵੱਲੋਂ ਕੌਮੀ ਮਾਰਗ ਤੇ ਰਾਜ ਮਾਰਗਾਂ ਤੇ ਵੱਖ-ਵੱਖ ਥਾਈਂ ਸਵੇਰੇ 6 ਵਜੇ ਤੋਂ ਹੀ ਰੋਜ਼ ਧਰਨੇ ਆਰੰਭ ਕਰ ਦਿੱਤੇ ਗਏ ਸਨ। ਦੁਆਬਾ ਕਿਸਾਨ ਯੂਨੀਅਨ ਦੇ ਵੱਲੋਂ ਦੁਆਬੇ ਦੇ ਜਲੰਧਰ, ਹੁਸ਼ਿਆਰਪੁਰ, ਲੁਧਿਆਣਾ ਤੇ ਹੋਰ ਜਗ੍ਹਾਵਾਂ ਤੇ ਧਰਨੇ ਦੇ ਕੇ ਬੰਦ ਨੂੰ ਸਫਲ ਬਣਾਇਆ ਗਿਆ ਹੈ। ਕਿਸਾਨਾਂ ਦੇ ਵੱਲੋਂ ਸਥਾਨਕ ਬੰਗਾ ਚੌਂਕ ਦੇ ਵਿੱਚ ਧਰਨਾ ਲਗਾ ਕੇ ਚੱਕਾ ਜਾਮ ਕੀਤਾ ਗਿਆ ਅਤੇ ਕੇਂਦਰ ਸਰਕਾਰ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਵੀ ਕੀਤੀ ਗਈ ਹੈ। ਧਰਨੇ ਦੌਰਾਨ ਢਾਡੀ ਜਥਿਆਂ ਦੇ ਵੱਲੋਂ ਬੀਰ ਰਸ ਵਾਰਾ ਗਾ ਕੇ ਧਰਨੇ ਦੇ ਵਿੱਚ ਪਹੁੰਚੇ ਲੋਕਾਂ ਦਾ ਜਿੱਥੇ ਜੋਸ਼ ਭਰਿਆ, ਉੱਥੇ ਇਸ ਮੌਕੇ ਸੰਬੋਧਨ ਕਰਦਿਆਂ ਵੱਖ-ਵੱਖ ਬੁਲਾਰਿਆਂ ਨੇ ਕੇਂਦਰ ਸਰਕਾਰ ਦੇ ਵੱਲੋਂ ਪਾਸ ਕੀਤੇ ਗਏ 3 ਖੇਤੀਬਾੜੀ ਕਾਨੂੰਨਾਂ ਵਾਪਸ ਲੈਣ ਦੀ ਮੰਗ ਵੀ ਕੀਤੀ ਹੈ। ਕੇਵਲ ਐਂਬੂਲੈਂਸ ਅਤੇ ਜ਼ਰੂਰੀ ਸੇਵਾਵਾਂ ਵਾਲੇ ਲੋਕਾਂ ਨੂੰ ਹੀ ਆਉਣ ਜਾਣ ਦੀ ਖੁੱਲ੍ਹ ਦਿੱਤੀ ਗਈ ਹੈ। ASP ਤੁਸ਼ਾਰ ਗੁਪਤਾ ਅਤੇ SHO ਇਕਬਾਲ ਸਿੰਘ ਦੀ ਦੇਖਰੇਖ ਹੇਠ ਪੁਲਿਸ ਪਾਰਟੀ ਪੂਰਨ ਤੌਰ ਤੇ ਮੁਸਤੈਦ ਰਹੀ ਹੈ। ਕਿਸਾਨਾਂ ਦੀ ਹਮਾਇਤ ਦੇ ਵਿੱਚ ਦੁਆਬੇ ਦੇ ਸਾਰੇ ਬਾਜ਼ਾਰ, ਕਾਰੋਬਾਰੀ ਅਦਾਰੇ, ਵਿਆਪਕ ਅਦਾਰੇ, ਨਿੱਜੀ ਅਤੇ ਸਰਕਾਰੀ ਕੰਪਨੀਆਂ ਤੇ ਦਫ਼ਤਰ ਮੁਕੰਮਲ ਤੌਰ ਤੇ ਬੰਦ ਰਹੇ ਨੇ। ਅਸੀਂ ਵੀ ਸਰਕਾਰਵਾਦ ਵਾਂਗ ਜਿਹੜਾ ਆ ਡਿਕਟੇਟਰਸ਼ਿਪ ਕਰੀਏ, ਉਸ ਤਰ੍ਹਾਂ ਦਾ ਰਵੱਈਆ ਅਪਣਾਈਏ, ਆਪਣਿਆਂ ਦੇ ਨਾਲ ਆਪਣੇ ਹੀ ਲੜਨ। ਮੈਂ ਇਹ ਬੇਨਤੀ ਕਰਦਾ, ਕੋਈ ਜ਼ਰੂਰੀ ਮੈਡੀਕਲ ਸੇਵਾਵਾਂ ਵਾਲਾ ਕੋਈ ਆਉਂਦਾ ਆ, ਕੋਈ ਹਸਪਤਾਲ ਜਾਣੇ ਵਾਲਾ ਆਉਂਦਾ ਆ, ਕਿਸੇ ਨੇ 에ਅਰਪੋਰਟ ਜਾਣਾ ਆ, ਉਹ ਸਾਰੇ ਹੀ ਮੇਰੇ ਵੀਰ ਸਾਈਡ ਥਾਣੀ ਲੰਘਾਈ ਜਾਓ। ਪੂਰੇ ਭਾਰਤ ਦੇ ਵਿੱਚ ਧਰਨੇ ਲੱਗ ਰਹੇ ਆ। ਇਸੇ ਤਰ੍ਹਾਂ ਅੱਜ ਬਿਜਲੀ ਘਰ ਚੌਂਕ ਟਾਂਡਾ ਦੇ ਵਿੱਚ, ਜਲੰਧਰ ਤੋਂ ਪਠਾਨਕੋਟ ਰੋਡ ਦੇ ਵਿੱਚ ਧਰਨਾ ਲੱਗਾ ਆ। ਦੁਆਬਾ ਕਿਸਾਨ ਕਮੇਟੀ ਵੱਲੋਂ ਧਰਨਾ ਲੱਗਾ ਹੋਇਆ ਆ ਔਰ ਸਾਡੇ ਧਰਨੇ ਇੱਕ ਬੇਗੋਵਾਲ ਦੇ ਵਿੱਚ ਲੱਗਾ ਆ, ਇੱਕ ਸਾਡਾ ਦਸੂਹੇ ਦੇ ਵਿੱਚ ਲੱਗਾ ਆ ਤੇ ਸਾਰੇ ਪਾਸੇ ਆਪਣੇ ਭਾਰਤ ਦੇ ਵਿੱਚ ਇਸ ਤਰ੍ਹਾਂ ਧਰਨੇ ਲੱਗੇ ਆ। ਆਸ ਕਰਦੇ ਆ ਕਿ ਇਹ ਜਿਹੜੇ ਧਰਨੇ ਲੱਗੇ ਆ ਇਹ ਮੋਦੀ ਸਰਕਾਰ ਦੀਆਂ ਜੜ੍ਹਾਂ ਹਿਲਾ ਕੇ ਰੱਖ ਦੇਣਗੇ, ਕਿਉਂਕਿ ਜਿੱਥੇ ਪੰਜਾਬ, ਹਰਿਆਣਾ ਜਾਂ 1-2 ਸਟੇਟਾਂ ਦਾ ਧਰਨਾ ਇਹ ਲੋਕ ਕਹਿੰਦੇ ਸੀ, ਅੱਜ ਪੂਰੇ ਭਾਰਤ ਦੇ ਵਿੱਚ ਇਹ ਫੈਲ ਚੁੱਕਾ ਆ। ਕੇਰਲਾ, ਯੂਪੀ, ਉੱਤਰਾਖੰਡ, ਹੋਰ ਸਟੇਟਾਂ ਦੇ ਵਿੱਚ ਅੱਜ ਪੂਰਾ ਜੋਸ਼ ਹੈ ਉਹਨਾਂ ਦੇ ਵਿੱਚ। ਪੂਰੇ ਰਸਤੇ ਬੰਦ ਕੀਤੇ ਹੋਏ ਆ। ਆਉਣ ਵਾਲੇ ਥੋੜੇ ਦਿਨਾਂ ਦੇ ਵਿੱਚ ਇਹ ਸਰਕਾਰ ਵੀ ਝੁਕੂਗੀ ਤੇ ਅਸੀਂ ਕਾਨੂੰਨ ਵੀ ਰੱਦ ਕਰਾਵਾਂਗੇ। ਸੰਯੁਕਤ ਕਿਸਾਨ ਮੋਰਚਾ ਦੇ ਵੱਲੋਂ ਕੀਤੇ ਗਏ ਭਾਰਤ ਬੰਦ ਦੇ ਦੌਰਾਨ ਕਿਸਾਨਾਂ ਦੀ ਹਮਾਇਤ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਟਵੀਟ ਕੀਤਾ ਹੈ। ਪੰਜਾਬ ਦੇ ਨਵੇਂ ਨਿਯੁਕਤ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸ਼ਾਂਤੀਪੂਰਨ ਕਿਸਾਨ ਅੰਦੋਲਨ ਦਾ ਸਮਰਥਨ ਕਰਦਿਆਂ ਕੇਂਦਰ ਤੋਂ 3 ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਵੀ ਕੀਤੀ ਹੈ। ਉਹਨਾਂ ਨੇ ਟਵਿੱਟਰ ਤੇ ਕਿਹਾ ਹੈ ਕਿ ਉਹ ਕਿਸਾਨਾਂ ਦੇ ਨਾਲ ਖੜੇ ਨੇ ਤੇ ਕੇਂਦਰ ਨੂੰ 3 ਖੇਤੀਬਾੜੀ ਕਾਨੂੰਨ ਰੱਦ ਕਰਨ ਦੀ ਅਪੀਲ ਵੀ ਕਰਦੇ ਨੇ। ਉਹਨਾਂ ਨੇ ਕਿਹਾ ਹੈ ਕਿ ਸਾਡੇ ਕਿਸਾਨ 1 ਸਾਲ ਤੋਂ ਵੱਧ ਸਮੇਂ ਤੋਂ ਆਪਣੇ ਅਧਿਕਾਰਾਂ ਦੇ ਲਈ ਸੰਘਰਸ਼ ਕਰ ਰਹੇ ਨੇ ਅਤੇ ਹੁਣ ਸਮਾਂ ਆ ਗਿਆ ਹੈ ਕਿ ਉਹਨਾਂ ਦੀ ਆਵਾਜ਼ ਸੁਣੀ ਜਾਵੇ। ਮੈਂ ਕਿਸਾਨਾਂ ਨੂੰ ਸ਼ਾਂਤੀਪੂਰਨ ਢੰਗ ਦੇ ਨਾਲ ਆਪਣੀ ਆਵਾਜ਼ ਬੁਲੰਦ ਕਰਨ ਦੀ ਬੇਨਤੀ ਕਰਦਾ ਹਾਂ। ਦੱਸਣਯੋਗ ਹੈ ਕਿ ਸੰਯੁਕਤ ਕਿਸਾਨ ਮੋਰਚਾ ਦੇ ਵੱਲੋਂ ਅੱਜ ਭਾਰਤ ਬੰਦ ਦੀ ਕਾਲ ਦਿੱਤੀ ਗਈ ਸੀ। ਕਿਸਾਨਾਂ ਦੇ ਵੱਲੋਂ ਵੱਖ-ਵੱਖ ਸਿਆਸੀ ਪਾਰਟੀਆਂ ਦੇ ਨਾਲ-ਨਾਲ ਆਮ ਲੋਕਾਂ ਤੋਂ ਵੀ ਬੰਦ ਦੇ ਵਿੱਚ ਸਹਿਯੋਗ ਕਰਨ ਦੀ ਅਪੀਲ ਕੀਤੀ ਗਈ ਸੀ। ਕਿਸਾਨਾਂ ਦੀ ਕਾਲ ਤੋਂ ਬਾਅਦ ਪੰਜਾਬ ਭਰ ਦੇ ਵਿੱਚ ਬੰਦ ਦਾ ਅਸਰ ਵੇਖਣ ਨੂੰ ਮਿਲਿਆ। ਸੂਬੇ ਭਰ ਦੇ ਵਿੱਚ ਕਿਸਾਨ ਸੜਕਾਂ ਤੇ ਉਤਰੇ ਨੇ ਤੇ ਰੇਲ ਮਾਰਗ ਵੀ ਜਾਮ ਕੀਤੇ ਗਏ ਨੇ। ਕਿਸਾਨ ਸੰਗਠਨ ਚਾਹੁੰਦੇ ਨੇ ਕਿ ਸਰਕਾਰ ਤੁਰੰਤ ਖੇਤੀ ਕਾਨੂੰਨ ਵਾਪਸ ਲੈ ਲਵੇ। ਪਿਛਲੇ ਸਾਲ ਦੇਸ਼ ਦੇ ਕਈ ਰਾਜਾਂ ਦੇ ਵਿੱਚ ਇਸ ਨਵੇਂ ਕਾਨੂੰਨਾਂ ਦੇ ਖਿਲਾਫ ਕਿਸਾਨਾਂ ਦਾ ਵਿਰੋਧ ਸ਼ੁਰੂ ਹੋ ਗਿਆ ਸੀ। ਕਿਸਾਨਾਂ ਨੂੰ ਦਿੱਲੀ ਦੇ ਬਾਰਡਰਾਂ ਤੇ ਬੈਠਿਆਂ 300 ਤੋਂ ਉੱਪਰ ਦਿਨਾਂ ਦਾ ਸਮਾਂ ਹੋ ਚੁੱਕਿਆ ਹੈ। ਕਾਲੇ ਖੇਤੀ ਕਾਨੂੰਨਾਂ ਦੇ ਖਿਲਾਫ ਕਿਸਾਨ ਜਥੇਬੰਦੀਆਂ ਦੇ ਵੱਲੋਂ 27 ਸਤੰਬਰ ਜਾਨੀ ਕਿ ਅੱਜ ਭਾਰਤ ਬੰਦ ਦੀ ਕਾਲ ਦਿੱਤੀ ਗਈ ਸੀ।
ਸੋ ਬਟਾਲਾ ਦੇ ਨਜ਼ਦੀਕੀ ਕਸਬਾ ਨੌਸ਼ਹਿਰਾ ਮੱਝਾ ਸਿੰਘ ਵਿਖੇ ਮਾਝਾ ਕਿਸਾਨ ਸੰਘਰਸ਼ ਕਮੇਟੀ ਦੇ ਬੈਨਰ ਤਲੇ ਕਿਸਾਨਾਂ ਦੇ ਵੱਲੋਂ ਸਵੇਰੇ 6 ਵਜੇ ਹੀ ਅੰਮ੍ਰਿਤਸਰ ਜੰਮੂ ਕਸ਼ਮੀਰ ਨੈਸ਼ਨਲ ਹਾਈਵੇ ਜਾਮ ਕਰ ਦਿੱਤਾ ਗਿਆ ਸੀ। ਇਸ ਮੌਕੇ ਕਿਸਾਨਾਂ ਦੇ ਵੱਲੋਂ ਜਿੱਥੇ ਆਮ ਆਵਾਜਾਈ ਨੂੰ ਰੋਕਿਆ ਗਿਆ, ਉੱਥੇ ਹੀ ਐਮਰਜੈਂਸੀ ਸੇਵਾਵਾਂ ਨੂੰ ਜਾਣ ਦਿੱਤਾ ਗਿਆ ਹੈ। ਕਿਸਾਨਾਂ ਨੇ ਗੱਲਬਾਤ ਕਰਦੇ ਹੋਏ ਦੱਸਿਆ ਹੈ ਕਿ ਮੋਦੀ ਸਰਕਾਰ ਦੇ ਅੜੀਅਲ ਰਵੱਈਏ ਦੇ ਕਾਰਨ ਹੁਣ ਮੋਦੀ ਦਾ ਵਿਦੇਸ਼ਾਂ ਦੇ ਵਿੱਚ ਵੀ ਵਿਰੋਧ ਹੋ ਰਿਹਾ ਹੈ। ਉਹਨਾਂ ਨੇ ਕਿਹਾ ਹੈ ਕਿ ਮੋਦੀ ਸਰਕਾਰ ਜੇਕਰ ਅਜੇ ਵੀ ਨਾ ਮੰਨੀ ਤਾਂ ਇਸ ਨੂੰ ਚੋਣਾਂ ਦੇ ਵਿੱਚ ਜਵਾਬ ਦਿੱਤਾ ਜਾਵੇਗਾ। ਉਹਨਾਂ ਕਿਹਾ ਹੈ ਕਿ ਜੇਕਰ ਅਸੀਂ ਇਹਨਾਂ ਨੂੰ ਗੱਦੀ ਤੇ ਬਿਠਾ ਸਕਦੇ ਹਾਂ ਤਾਂ ਗੱਦੀ ਤੋਂ ਲਾ ਵੀ ਸਕਦੇ ਹਾਂ। ਕਿਸਾਨਾਂ ਨੇ ਕਿਹਾ ਹੈ ਕਿ ਦਿੱਲੀ ਦੇ ਬਾਰਡਰਾਂ ਤੇ ਕਿਸਾਨਾਂ ਨੂੰ 300 ਤੋਂ ਉੱਪਰ ਦਿਨ ਹੋ ਚੁੱਕੇ ਨੇ, ਪਰ ਕੇਂਦਰ ਦੀ ਮੋਦੀ ਸਰਕਾਰ ਦੇ ਕੰਨਾਂ ਤੇ ਜੂ ਨਹੀਂ ਸਰਕ ਰਹੀ ਹੈ। ਉਹਨਾਂ ਨੇ ਕਿਹਾ ਹੈ ਕਿ ਕਿਸਾਨ ਵੀ ਉਦੋਂ ਤੱਕ ਆਪਣੇ ਘਰ ਵਾਪਸ ਨਹੀਂ ਜਾਣਗੇ ਜਦੋਂ ਤੱਕ ਉਹ ਖੇਤੀ ਕਾਨੂੰਨ ਰੱਦ ਨਹੀਂ ਕਰਵਾ ਲੈਂਦੇ। ਦੂਜੇ ਪਾਸੇ ਕਿਸਾਨਾਂ ਦੇ ਵੱਲੋਂ ਪਹਿਲਾਂ ਹੀ ਸਪੀਕਰਾਂ ਅਤੇ ਖੁਦ ਬਾਜ਼ਾਰਾਂ ਦੇ ਵਿੱਚ ਜਾ ਕੇ ਦੁਕਾਨਦਾਰਾਂ ਨੂੰ ਅਪੀਲ ਕੀਤੀ ਗਈ ਸੀ ਕਿ ਉਹ ਭਾਰਤ ਬੰਦ ਦੀ ਕਾਲ ਦੇ ਵਿੱਚ ਆਪਣੀਆਂ ਦੁਕਾਨਾਂ ਬੰਦ ਰੱਖ ਕੇ ਉਹਨਾਂ ਦਾ ਸਾਥ ਜ਼ਰੂਰ ਦੇਣ, ਤਾਂ ਕਿ ਕੇਂਦਰ ਦੀ ਸਰਕਾਰ ਤੇ ਹੋਰ ਜ਼ਿਆਦਾ ਦਬਾਅ ਬਣਾਇਆ ਜਾ ਸਕੇ ਤਾਂ ਕਿ ਜਲਦੀ ਤੋਂ ਜਲਦੀ ਇਹ ਕਾਨੂੰਨ ਰੱਦ ਕਰਵਾਏ ਜਾ ਸਕਣ। ਦਰਸ਼ਨ ਅੱਜ ਸੰਯੁਕਤ ਮੋਰਚੇ ਦੀ ਕਾਲ ਹੀ ਲਗਭਗ 1 ਮਹੀਨੇ ਤੋਂ ਵੱਧ ਟਾਈਮ ਹੋ ਗਿਆ। ਉਹਨਾਂ ਨੇ ਕਾਲ ਦਿੱਤੀ ਸੀ ਕਿ ਜਿਹੜਾ ਰੋਡ ਆ ਇਹਨੂੰ ਜਾਮ ਕੀਤਾ ਜਾਵੇਗਾ, ਪੂਰੀ ਤਰ੍ਹਾਂ ਭਾਰਤ ਜਿਹੜਾ ਇਹਨੂੰ ਬੰਦ ਕੀਤਾ ਜਾਵੇਗਾ। ਸਿਰਫ ਐਮਰਜੈਂਸੀ ਸੇਵਾਵਾਂ ਜਿਹੜੀਆਂ ਉਹ ਚਾਲੂ ਰਹਿਣਗੀਆਂ ਤੇ ਬਾਕੀ ਸਾਰਾ ਕੁਝ ਬੰਦ ਹੋਏਗਾ, ਤਾਂ ਕਿ ਇਹਦੇ ਨਾਲ ਸਰਕਾਰ ਤੇ ਪ੍ਰਭਾਵ ਜਿਹੜਾ ਵਾ ਇਹ ਜਾਵੇ ਕਿ ਕਿਸਾਨ ਜਿਹੜੇ ਆ ਉਹ ਬਿਲਕੁਲ ਇਕਜੁੱਟ ਨੇ ਤੇ ਸੰਯੁਕਤ ਮੋਰਚੇ ਦੀ ਕਾਲ ਦੇ ਉੱਤੇ ਜਿਵੇਂ ਵੀ ਕਾਲ ਆਉਂਦੀ ਆ ਉਸੇ ਤਰ੍ਹਾਂ ਨੂੰ ਇਹਨੂੰ ਪੂਰਾ ਕਰਦੇ ਨੇ। ਵੇਖੋ ਜੀ, ਕੇਂਦਰ ਸਰਕਾਰ ਜਿਹੜੀ ਆ ਉਹ ਹੈ ਹੀ ਸਿਰਫ ਕਾਰਪੋਰੇਟ ਘਰਾਣੇ 2 ਜਣੇ ਤੇ ਬਾਕੀ ਇੱਕ ਮੋਦੀ ਉਹਦੀ ਆ। ਜੇ ਤੇ ਪਾਰਟੀ ਦੀ ਸਰਕਾਰ ਹੋਵੇ ਤੇ ਫਿਰ ਤੇ ਉਹਦੇ ਕੰਨਾਂ ਤੇ ਜੂੰ ਸਰਕੇ, ਕਿਉਂਕਿ ਵਿੱਚੋਂ ਆਵਾਜ਼ ਪਾਰਟੀ ਦੇ ਉੱਠੇ ਤੇ ਕੋਈ ਮੰਨੇ, ਤੇ ਪਾਰਟੀ ਦੇ ਵਿੱਚੋਂ ਕੋਈ ਕਿਸੇ ਦੀ ਆਵਾਜ਼ ਸੁਣਨ ਵਾਲਾ ਹੈ ਨਹੀਂਗਾ। ਇਸ ਕਰਕੇ ਉਹਦੇ ਕੰਨਾਂ ਤੇ ਜੂੰ ਨਹੀਂ ਸਰਕਦੀ, ਕਿਉਂਕਿ ਉਹ ਡਿਕਟੇਟਰ ਬਣਿਆ ਹੋਇਆ। ਉਹ ਸੋਚਦਾ ਕਿ ਮੈਂ ਜਿਵੇਂ ਮਰਜ਼ੀ ਆ ਦੇਸ਼ ਨੂੰ ਚਲਾਵਾਂਗਾ, ਪਰ ਐਵੇਂ ਨਹੀਂ ਚੱਲਣਾ। ਇਹ ਲੋਕਤਾਂਤਰਿਕ ਦੇਸ਼ ਆ। 2024 ਦੇ ਵਿੱਚ ਲੋਕ ਉਹਨੂੰ ਦੱਸ ਦੇਣਗੇ ਕਿ ਵੋਟ ਦਾ ਮੁੱਲ ਕੀ ਹੁੰਦਾ ਹੈ। ਖੇਤੀ ਆਰਡੀਨੈਂਸਾਂ ਦੇ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਸੰਬੰਧੀ ਚੱਲ ਰਹੇ ਕਿਸਾਨ ਅੰਦੋਲਨ ਨੂੰ ਲੈ ਕੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਵੱਲੋਂ ਅੰਮ੍ਰਿਤਸਰ ਦੇ ਐਂਟਰੀ ਪੁਆਇੰਟ ਗੋਲਡਨ ਗੇਟ ਤੇ ਪ੍ਰਦਰਸ਼ਨ ਕਰਦਿਆਂ ਸੜਕੀ ਆਵਾਜਾਈ ਬੰਦ ਕਰਵਾਈ ਗਈ ਹੈ ਅਤੇ ਲੋਕਾਂ ਨੂੰ ਬੰਦ ਦੇ ਵਿੱਚ ਸਮਰਥਨ ਕਰਨ ਦੀ ਅਪੀਲ ਵੀ ਕੀਤੀ ਗਈ ਸੀ। ਇਸ ਮੌਕੇ ਗੱਲਬਾਤ ਕਰਦਿਆਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਆਗੂ ਗੁਰਬਚਨ ਸਿੰਘ ਚੱਬਾ ਨੇ ਕਿਹਾ ਹੈ ਕਿ ਅੱਜ ਕਿਸਾਨੀ ਅੰਦੋਲਨ ਨੂੰ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਸੰਘਰਸ਼ ਕਰਦਿਆਂ ਪੂਰਾ 1 ਸਾਲ ਹੋਣ ਤੇ ਆਇਆ ਹੈ, ਪਰ ਸੁੱਤੀ ਹੋਈ ਕੇਂਦਰ ਸਰਕਾਰ ਨੂੰ ਜਗਾਉਣ ਦੇ ਲਈ ਵਿਰੋਧ ਪ੍ਰਦਰਸ਼ਨ ਕਰਨੇ ਪੈ ਰਹੇ ਨੇ। ਇਸ ਮੌਕੇ ਹਜ਼ਾਰਾਂ ਹੀ ਕਿਸਾਨਾਂ ਨੇ ਮੋਦੀ ਅਤੇ ਅਮਿਤ ਸ਼ਾਹ ਦੀ ਕਾਲੀ ਜੁੰਡਲੀ ਦੇ ਵੱਲੋਂ ਖੇਤੀਬਾੜੀ ਵਿਰੁੱਧ ਲਿਆਂਦੇ ਗਏ ਕਾਲੇ ਕਾਨੂੰਨ ਰੱਦ ਕਰਨ ਦੀ ਮੰਗ ਕੀਤੀ ਹੈ। ਕਿਸਾਨਾਂ ਨੇ ਇਹ ਵੀ ਕਿਹਾ ਹੈ ਕਿ ਇਹਨਾਂ ਕਾਲੇ ਕਾਨੂੰਨਾਂ ਨਾਲ ਕਿਸਾਨ ਤੇ ਖੇਤੀਬਾੜੀ ਬਰਬਾਦ ਹੋਵੇਗੀ, ਪਰ ਮੋਦੀ ਤੇ ਅਮਿਤ ਸ਼ਾਹ ਬੇਈਮਾਨਾਂ ਨੇ ਤਾਂ ਦੇਸ਼ ਦੀ ਸਰਕਾਰ ਜਾਇਦਾਦ 20,40,000 ਕਰੋੜ ਰੁਪਏ ਦੀ ਕਾਰਪੋਰੇਟ ਘਰਾਣਿਆਂ ਨੂੰ ਵੇਚ ਕੇ ਦੇਸ਼ ਹੀ ਬਰਬਾਦ ਕਰ ਦਿੱਤਾ ਹੈ। ਕਿਸਾਨ ਆਗੂਆਂ ਨੇ ਕਿਹਾ ਹੈ ਕਿ 29 ਸਤੰਬਰ ਨੂੰ ਹਜ਼ਾਰਾਂ ਹੀ ਕਿਸਾਨ ਦਿੱਲੀ ਸੰਘਰਸ਼ ਵਾਸਤੇ ਕੂਚ ਕਰਨਗੇ। ਆਗੂਆਂ ਨੇ ਦੱਸਿਆ ਹੈ ਕਿ ਕੇਂਦਰ ਦੀ ਸਰਕਾਰ ਕਾਰਪੋਰੇਟ ਘਰਾਣਿਆਂ ਦੀ ਲੁੱਟ ਤੇਜ਼ ਕਰਨ ਵਾਸਤੇ 3,16,000 ਕਰਜ਼ਾ ਮੁਆਫ ਕੀਤਾ ਹੈ, ਜਦੋਂ ਕਿ ਕਿਸਾਨਾਂ ਤੇ ਮਜ਼ਦੂਰਾਂ ਵੱਲੋਂ ਸਰਕਾਰ ਪਿੱਠ ਕਰਕੇ ਖੜੀ ਹੈ। ਅਸੀਂ ਅੱਜ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਦੇ ਵਿੱਚ ਅੰਮ੍ਰਿਤਸਰ ਦੇ ਗੋਲਡਨ ਗੇਟ ਦੇ ਉੱਤੇ ਖੜੇ ਆ ਤੇ ਜੋ ਭਾਰਤ ਬੰਦ ਦੀ ਕਾਲ ਦਿੱਤੀ ਗਈ ਆ ਇਹਨੂੰ ਪੂਰੀ ਤਰ੍ਹਾਂ ਲਾਗੂ ਕਰਨ ਵਾਸਤੇ ਇੱਥੇ ਆਏ ਆ ਤੇ ਪੂਰੀ ਤਰ੍ਹਾਂ ਇਹਨੂੰ ਲਾਗੂ ਕਰਾਂਗੇ। ਸ਼ਾਂਤਮਈ ਸਾਡੀ ਲਾਗੂ ਆ। ਪੂਰੇ ਲੋਕਾਂ ਦਾ ਜਿਹੜਾ ਵਾ ਇਹਨੂੰ ਸਾਨੂੰ ਸਮਰਥਨ ਮਿਲ ਰਿਹਾ। ਲੋਕਾਂ ਦੇ ਵਿੱਚ ਬਹੁਤ ਵੱਡਾ ਸਰਕਾਰਾਂ ਦੇ ਪ੍ਰਤੀ ਜਿਹੜਾ ਵਾ ਗੁੱਸਾ ਵਾ, ਰੋਸ ਹੈ, ਕਿਉਂਕਿ ਜਿਹੜੇ ਖੇਤੀ ਕਾਨੂੰਨ ਪਾਸ ਕੀਤੇ ਆ ਉਹ ਪੰਜਾਬ ਦੇ ਲੋਕਾਂ ਦੇ ਤੇ ਦੇਸ਼ ਵਾਸੀਆਂ ਦਾ ਜਿਹੜਾ ਵਾ ਬਹੁਤ ਵੱਡਾ ਨੁਕਸਾਨ ਕਰਨਗੇ। ਉਹਨਾਂ ਵਾਸਤੇ ਬਹੁਤ ਘਾਤਕ ਆ। ਇਸ ਕਰਕੇ ਲੋਕਾਂ 'ਚ ਰੋਸ ਆ ਵੀ ਇਹ ਜਿਹੜਾ ਕਾਲੇ ਕਾਨੂੰਨ ਆ ਤੁਰੰਤ ਜਿਹੜੇ ਆ ਰੱਦ ਹੋਣੇ ਚਾਹੀਦੇ ਆ। ਮੋਦੀ ਸਰਕਾਰ ਜਿਹੜਾ ਵਿਸ਼ਵ ਵਪਾਰ ਬੈਂਕ ਸੰਸਥਾ ਦੇ ਦਬਾਅ ਹੇਠ, ਪੂੰਜੀਪਤੀਆਂ ਦੇ ਅਡਾਨੀਆਂ ਬਾਨੀਆਂ ਦੇ ਦਬਾਅ ਹੇਠ ਇਹਨੂੰ ਪੂਰੀ ਤਰ੍ਹਾਂ ਲਾਗੂ ਕਰਕੇ ਸਾਡੀ ਦੇਸ਼ ਦੀ ਜ਼ਮੀਨ ਤੇ ਪੂਰੀ ਖੇਤੀਬਾੜੀ ਕਿੱਤਾ ਜਿਹੜਾ ਵਾ, ਕਿਸਾਨੀ ਕਿੱਤਾ ਜਿਹੜਾ ਉਹਨਾਂ ਦੇ ਹੱਥਾਂ 'ਚ ਦੇਣਾ ਚਾਹੁੰਦੀ ਆ ਤੇ ਦੇਸ਼ ਦੇ ਲੋਕਾਂ ਨੂੰ ਗੁਲਾਮ ਕਰਕੇ ਤੇ ਇਹਨਾਂ ਜ਼ਮੀਨਾਂ 'ਚ ਗੁਲਾਮਾਂ ਵਾਂਗੂ ਜਿਹੜਾ ਵਾ ਉਹ ਕੰਮ ਕਰਵਾਉਣਾ ਚਾਹੁੰਦੀ ਆ ਵੀ ਪੂਰੀ ਤਰ੍ਹਾਂ ਸੇ ਪ੍ਰਾਈਵੇਟੇਸ਼ਨ ਕਰਕੇ ਪ੍ਰਾਈਵੇਟਾਂ ਕੰਪਨੀਆਂ ਦਾ ਜਿਹੜਾ ਇੱਥੇ ਬੋਲਬਾਲਾ ਹੋਵੇ, ਉਹਨਾਂ ਦੇ ਹੱਥਾਂ ਦੇ ਵਿੱਚ ਸਾਰੀ ਕਮਾਨ ਹੋਵੇ ਤੇ ਦੇਸ਼ ਦੀ ਕਿਸਾਨੀ ਜਿਹੜਾ ਅੰਨਦਾਤਾ ਵਾ ਉਹਨੂੰ ਬਾਹਰ ਕਰਕੇ ਪੂਰੀ ਤਰ੍ਹਾਂ ਸਰਕਾਰੀ ਦਾਅਵੇ ਖੁੱਲੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਤੇ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਵਿਸ਼ੇਸ਼ ਤੌਰ ਤੇ ਬਰਨਾਲਾ ਦੀ ਅਨਾਜ ਮੰਡੀ ਦੇ ਵਿੱਚ ਪੁੱਜੇ ਨੇ, ਜਿੱਥੇ ਉਹਨਾਂ ਨੇ ਪੱਤਰਕਾਰਾਂ ਦੇ ਨਾਲ ਪ੍ਰੈਸ ਕਾਨਫਰੰਸ ਕਰਦਿਆਂ ਕਿਹਾ ਹੈ ਕਿ
28 ਸਤੰਬਰ ਨੂੰ ਬਰਨਾਲਾ ਦੀ ਅਨਾਜ ਮੰਡੀ ਵਿਖੇ ਸ਼ਹੀਦ ਭਗਤ ਸਿੰਘ ਜੀ ਦੇ ਜਨਮ ਦਿਹਾੜੇ ਮੌਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਵੱਲੋਂ ਸੂਬਾ ਪੱਧਰੀ ਸਾਮਰਾਜ ਵਿਰੋਧੀ ਕਾਨਫਰੰਸ ਕੀਤੀ ਜਾ ਰਹੀ ਹੈ। ਉਹਨਾਂ ਨੇ ਕਿਹਾ ਕਿ ਇਸ ਸੂਬਾ ਪੱਧਰੀ ਸਮਾਗਮ ਦੇ ਵਿੱਚ 1.5 ਲੱਖ ਤੋਂ ਉੱਪਰ ਕਿਸਾਨ ਪੁੱਜਣ ਦੀ ਉਮੀਦ ਹੈ, ਜਿਨ੍ਹਾਂ ਦੇ ਵਿੱਚ 50,000 ਦੇ ਕਰੀਬ ਔਰਤਾਂ ਵੀ ਪੁੱਜਣਗੀਆਂ। ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਦੱਸਿਆ ਕਿ ਇਹ ਕਾਨਫਰੰਸ ਦੇ ਵਿੱਚ ਸੰਯੁਕਤ ਕਿਸਾਨ ਮੋਰਚੇ ਦਾ तमाम ਲੀਡਰ ਲੋਕਾਂ ਨੂੰ ਸੰਬੋਧਨ ਕਰਨਗੇ। ਪੰਜਾਬ ਦੀ ਰਾਜਨੀਤੀ ਤੇ ਬੋਲਦਿਆਂ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਲੀਡਰ ਆਪਣੀ ਰਾਜਨੀਤੀ ਚਮਕਾਉਣ ਦੇ ਲਈ ਲਗਾਤਾਰ ਆਪਣੇ ਲਈ ਸੰਘਰਸ਼ ਕਰ ਰਹੇ ਨੇ, ਪਰ ਖੇਤੀ ਕਾਨੂੰਨਾਂ ਦੇ ਲਈ ਕੋਈ ਅੱਗੇ ਨਹੀਂ ਆ ਰਿਹਾ ਹੈ। ਸੈਂਟਰ ਦੀ ਮੋਦੀ ਸਰਕਾਰ ਵੱਲੋਂ ਐਲਾਨੇ ਗਏ ਖੇਤੀ ਕਾਨੂੰਨ ਤੇ ਉਹਨਾਂ ਨੇ ਬੋਲਦਿਆਂ ਕਿਹਾ ਕਿ ਸਮੇਂ ਅਤੇ ਕਿਸਾਨਾਂ ਮਜ਼ਦੂਰਾਂ ਦੇ ਵੱਡੇ ਸੰਘਰਸ਼ ਅੱਗੇ ਸੈਂਟਰ ਦੀ ਮੋਦੀ ਸਰਕਾਰ ਨੂੰ ਹਰ ਹਿੱਲੇ ਝੁਕਣਾ ਹੀ ਪਵੇਗਾ। ਉਹਨਾਂ ਨੇ ਕਿਹਾ ਕਿ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਦਾ ਦੇਸ਼ ਅਤੇ ਵਿਦੇਸ਼ਾਂ ਦੇ ਵਿੱਚ ਲਗਾਤਾਰ ਵਿਰੋਧ ਹੋ ਰਿਹਾ ਹੈ। ਇਹ ਅਸੀਂ ਭਗਤ ਸਿੰਘ ਦੀ ਜਨਮ ਸ਼ਤਾਬਦੀ ਆ 114ਵੀਂ, ਉਹਦੇ ਤੇ ਸੰਬੰਧ 'ਚ ਅਸੀਂ ਸਾਮਰਾਜ ਵਿਰੋਧੀ ਕਾਨਫਰੰਸ ਕਰ ਰਹੇ ਹਾਂ, ਕਿਉਂਕਿ ਇੱਥੇ ਜਿਹੜੀ ਪ੍ਰਬੰਧ ਹੈ ਅਸੀਂ 28 ਤਰੀਕ ਨੂੰ ਕਰ ਰਹੇ ਹਾਂ। ਉਹ 28 ਤਰੀਕ ਸਤੰਬਰ ਦਾ ਜਨਮ ਸ਼ਤਾਬਦੀ ਹੈ ਤੇ ਉਹਦੀ ਤਿਆਰੀ 'ਚੋਂ ਇਹ ਸਾਰਾ ਕੁਝ ਅਸੀਂ ਇੱਥੇ ਟੈਂਟ ਵਗੈਰਾ ਲਾਏ ਨੇ, ਪੂਰੀ ਪ੍ਰਚਾਰ ਕੀਤਾ। ਵੱਡੀ ਗਿਣਤੀ 'ਚ ਲੋਕਾਂ ਨੇ ਇੱਥੇ ਆਉਣਾ, ਜਿਹਦੇ ਵਿੱਚ ਔਰਤਾਂ ਦੀ, ਨੌਜਵਾਨਾਂ ਦੀ ਸ਼ਮੂਲੀਅਤ ਹੋਣੀ ਹੈ। ਦੂਜੀਆਂ ਟ੍ਰੇਡ ਜਥੇਬੰਦੀਆਂ ਜਿਵੇਂ ਮਜ਼ਦੂਰ ਨੇ, ਮੁਲਾਜ਼ਮ ਨੇ, ਬੇਰੁਜ਼ਗਾਰ ਲੋਕ ਨੇ, ਉਹ ਸਾਰੇ ਆਉਣ। ਇਹ ਕਿੰਨਾ ਕੁ ਇਕੱਠ ਹੋਣ ਦੀ ਸੰਭਾਵਨਾ ਹੈਗੀ ਹੈ ਜੀ? ਦੇਖੋ ਇਕੱਠ ਦਾ ਤਾਂ ਐਸਟੀਮੇਟ ਹੈਗਾ ਵੀ 2 ਲੱਖ ਤੋਂ ਟੱਪਣ ਦੀ ਸੰਭਾਵਨਾ ਹੈਗੀ। ਜਿਹੜਾ ਸੈਂਟਰ ਸਰਕਾਰ ਵੱਲੋਂ ਹਜੇ ਵੀ ਕੋਈ ਜਾਣੀ ਕਿ ਅਣਗੌਲੇ ਕੀਤੇ ਗਏ ਹੈਗੇ ਖੇਤੀ ਕਾਨੂੰਨ, ਕਿਵੇਂ ਦੇਖਦੇ ਹੈਗੇ ਹੋ? ਦੇਖੋ ਸਰਕਾਰਾਂ ਦੇ ਆਪਦੇ ਕੰਮ ਹੁੰਦੇ ਨੇ, ਸਾਡੇ ਆਪਦੇ ਕੰਮ ਨੇ। ਸਰਕਾਰ ਦੇਖਦੀ ਹੈ, ਸਰਕਾਰ ਨੇ ਲੋਕਾਂ ਤੋਂ ਸਰਕਾਰ ਬਣੀ ਹੋਈ ਹੈ, ਲੋਕ ਰਾਜੀ ਸਿਸਟਮ ਹੈ ਇੱਥੇ। ਉਹ ਲੋਕਾਂ ਦੀ ਸਰਕਾਰ ਬਣਾਉਣੀ ਹੈ, ਲੋਕਾਂ ਦੇ ਵਿੱਚ ਜੜ੍ਹਾਂ ਹੁੰਦੀਆਂ ਨੇ। ਜੇ ਇਸ ਲੋਕਾਂ ਦੀ ਗੱਲ ਨਹੀਂ ਸੁਣਨਗੇ ਸਰਕਾਰ ਤਾਂ ਉਹਦਾ ਅਬਜਾਨਾ ਭੁਗਤਣ ਵਾਸਤੇ ਤਿਆਰ ਰਹਿਣ। ਦੇਖੋ ਉਹਨਾਂ ਦਾ ਕੰਮ ਹੈ, ਉਹ ਹਰ ਵਾਰ ਜਦੋਂ ਵੋਟਾਂ ਦਾ ਮੌਸਮ ਹੁੰਦਾ ਉਦੋਂ ਨਵੇਂ ਤਰੀਕੇ ਲੱਭਦੇ ਨੇ। ਕਦੇ ਹੁਣ ਜਿਵੇਂ ਹੁਣ ਇਹਨਾਂ ਨੇ ਨਵਾਂ ਟ੍ਰੈਂਡ ਲੱਭਿਆ, ਜਿਹੜੀ ਕੇਂਦਰ ਸਰਕਾਰ ਹੈ ਉਹਨੇ ਗੁਜਰਾਤ ਦੇ ਵਿੱਚ ਉਹਦਾ ਮੁੱਖ ਮੰਤਰੀ ਬਦਲਤਾ, ਇਹਨਾਂ ਨੇ ਅਮਰਿੰਦਰ ਨੂੰ ਬਦਲਤਾ, ਤੇ ਯੂਪੀ ਦੇ ਵਿੱਚ ਵੀ ਰੌਲਾ ਪਿਆ ਸੀ ਵੀ ਜੋਗੀ ਨੂੰ ਬਦਲ ਦਈਏ। ਇਹ ਜਾਨੀ ਇੱਕ ਸਟੰਟ ਕਰਦੇ ਨੇ, ਇਹ ਚਾਲ ਖੇਡਦੇ ਨੇ। ਇੱਕ ਲੋਕਾਂ ਨੂੰ ਵੀ ਲੋਕ ਭੁੱਲ ਜਾਣਗੇ ਜੋ ਅਮਰਿੰਦਰ ਨੇ ਵਾਅਦੇ ਕੀਤੇ ਉਹਨੂੰ ਪਰਦੇ ਪਿੱਛੇ ਕਰ ਦਿਓ, ਹੁਣ ਆਹ ਦੂਜਾ ਲਿਆਓ। ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਨੇ ਇਹ। ਜਦੋਂ ਇਹ ਮੌਕਾ ਆ ਜਾਂਦਾ ਇਹਨਾਂ ਨੂੰ ਕਹਿੰਦੇ ਹੁੰਦੇ ਨੇ, ਜਿਵੇਂ ਸਾਡੀ ਭਾਸ਼ਾ 'ਚ ਵੀ ਬਰਸਾਤੀ ਡੱਡੂ ਹੈ ਇਹ, ਤੇ ਬਰਸਾਤ ਦੇ ਮੌਕੇ ਬਾਹਰ ਨਿਕਲਦੇ ਆ ਤੇ ਉਦੋਂ ਲੋਕਾਂ ਦੀਆਂ ਗੱਲਾਂ ਦਾ ਧਿਆਨ ਹੁੰਦਾ, ਉਦੋਂ ਇਹਨਾਂ ਨੂੰ ਰੁਜ਼ਗਾਰ ਦੀ ਗੱਲ ਕਰਦੇ ਨੇ, ਉਦੋਂ ਕਿਸਾਨਾਂ ਮਜ਼ਦੂਰਾਂ ਦੀ। ਜਦੋਂ ਫੈਸਲੇ ਕਰਦੇ ਆ ਇਹ ਵੱਡੇ ਸਾਮਰਾਜੀ ਲੋਕਾਂ ਦੇ ਪੱਖ ਦੇ ਫੈਸਲੇ ਕਰਦੇ ਆ ਤੇ ਉਹਨਾਂ ਦੇ ਪੱਖ 'ਚ ਹੀ ਭੁਗਦੇ ਆ, ਉਹਨਾਂ ਦੇ ਮੁਨਾਫਿਆਂ ਦੀ ਗੱਲ ਕਰਦੇ ਆ। ਅੱਜ ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਭਾਰਤ ਬੰਦ ਦੀ ਕਾਲ ਮੌਕੇ ਅੰਮ੍ਰਿਤਸਰ ਦੇ ਵਿੱਚ ਖੁੱਲੇ ਪਾਸਪੋਰਟ ਦਫ਼ਤਰ ਨੂੰ ਬੰਦ ਕਰਵਾਉਣ ਦੇ ਲਈ ਪਹੁੰਚੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਸਰਵਣ ਸਿੰਘ ਪੰਧੇਰ ਦੇ ਵੱਲੋਂ ਪਹਿਲਾਂ ਤਾਂ ਪਾਸਪੋਰਟ ਦਫ਼ਤਰ ਬੰਦ ਕਰਵਾਇਆ ਗਿਆ ਅਤੇ ਬਾਅਦ ਦੇ ਵਿੱਚ ਦੂਰ ਦੁਰਾਡੇ ਤੋਂ ਆਏ ਲੋਕਾਂ ਦੀਆਂ ਮੁਸ਼ਕਲਾਂ ਵੇਖਦਿਆਂ ਅਧਿਕਾਰੀਆਂ ਨੂੰ 4 ਵਜੇ ਦਾ ਟਾਈਮ ਦੇ ਕੇ ਉਹਨਾਂ ਦੀਆਂ ਮੁਸ਼ਕਲਾਂ ਹੱਲ ਕਰਨ ਵਾਸਤੇ ਕਿਹਾ ਗਿਆ ਹੈ। ਇਸ ਮੌਕੇ ਗੱਲਬਾਤ ਕਰਦਿਆਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾ ਸਕੱਤਰ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਜੇਕਰ ਸਰਕਾਰ ਨੂੰ ਭਾਰਤ ਬੰਦ ਦੀ ਕਾਲ ਬਾਰੇ ਜਾਣਕਾਰੀ ਸੀ ਤਾਂ ਫਿਰ ਕਿਉਂ ਉਹਨਾਂ ਵੱਲੋਂ ਪਾਸਪੋਰਟ ਦਫ਼ਤਰ ਖੋਲ ਕੇ ਲੋਕਾਂ ਨੂੰ ਅਪਾਇੰਟਮੈਂਟ ਦਿੱਤੀ ਗਈ ਹੈ। ਉਹਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਜਾਣਬੁੱਝ ਕੇ ਟਕਰਾਅ ਪੈਦਾ ਕਰਨਾ ਚਾਹੁੰਦੀ ਹੈ। ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਜੇਕਰ ਬੰਦ ਦੇ ਵਿੱਚ ਕੋਈ ਵੀ ਸਰਕਾਰੀ ਅਦਾਰਾ ਜਾਂ ਬਾਜ਼ਾਰ ਖੁੱਲਦਾ ਹੈ ਤਾਂ ਅਸੀਂ ਉਸ ਨੂੰ ਬੰਦ ਕਰਵਾਉਣ ਜਾਵਾਂਗੇ ਅਤੇ ਭਾਰਤ ਬੰਦ ਦੀ ਕਾਲ ਨੂੰ ਸਫਲ ਬਣਾਵਾਂਗੇ। ਉਹਨਾਂ ਨੇ ਕਿਹਾ ਕਿ ਬੰਦ ਦੌਰਾਨ ਲੋਕਾਂ ਨੂੰ ਪੈ ਰਹੇ ਵਿਘਨ ਦੀ ਸਾਨੂੰ ਹਮਦਰਦੀ ਹੈ, ਜਿਸ ਦੇ ਚੱਲਦੇ ਹੀ ਕੁਝ ਲੋਕ ਜੋ ਅੱਜ ਪਾਸਪੋਰਟ ਦਫ਼ਤਰ ਵਿਖੇ ਦੂਰ ਦੁਰਾਡੇ ਤੋਂ ਆਏ ਨੇ, ਉਹਨਾਂ ਸੰਬੰਧਾਂ ਵਿੱਚ ਉਹਨਾਂ ਨੇ ਪਾਸਪੋਰਟ ਅਧਿਕਾਰੀਆਂ ਨੂੰ ਕੰਮ ਮੁਕੰਮਲ ਕਰਨ ਦੀ ਛੋਟ ਦੇ ਦਿੱਤੀ ਹੈ। ਆ ਦੇਖੋ ਅਸਲ ਵਿੱਚ ਆ ਵੀ ਜਿਹੜਾ ਇਹਦਾ ਪਤਾ ਹੀ ਪਹਿਲੋਂ ਖਬਰ ਨਹੀਂ ਸੀ ਹੈਗੀ ਵੀ ਇਹ ਚਾਲੂ ਰਹਿੰਦਾ ਵਾ। ਅਸੀਂ ਆਈ ਆ ਤੇ ਅਸੀਂ ਆ ਕੇ ਕਿਹਾ ਵੀ ਪਾਸਪੋਰਟ ਦਫ਼ਤਰ ਨਹੀਂ ਚੱਲਣ ਦਿਆਂਗੇ, ਤਾਂ ਬਹੁਤ ਸਾਰੇ ਦੂਜਾ ਪੱਖ ਦੇਖਿਆ ਤੇ ਬਹੁਤ ਸਾਰੇ ਬੰਦੇ ਦੂਰੋਂ ਦਰਾਡਿਓਂ ਵੀ ਆਏ ਆ। ਤਾਂ ਫੈਸਲਾ ਕੀਤਾ ਵੀ ਚਲੋ 4 ਵਜੇ ਤੱਕ ਬੰਦ ਸੀਗਾ, 2 ਵਜੇ ਖੋਲ੍ਹ ਕੇ ਜਿਹੜੇ ਦੂਰ ਵਾਲੇ ਬੰਦੇ ਆ ਉਹਨਾਂ ਦਾ ਪਹਿਲੋਂ ਕੰਮਕਾਰ ਕਰਦੇ। ਕੋਈ ਲੰਬੀ ਤੋਂ ਕੋਈ ਮੁਕਤਸਰ ਤੋਂ ਆਇਆ ਤਾਂ ਉਹ ਉੱਦਾਂ ਸਾਰੇ ਆਪਣੇ ਖਪਤਕਾਰਾਂ ਨਾਲ ਵੀ ਗੱਲ ਹੋਈ, ਕਹਿੰਦੇ ਅਸੀਂ ਤੁਹਾਡੇ ਨਾਲ ਸਹਿਮਤ ਹਾਂ, ਸਾਰੇ ਕਿਸਾਨਾਂ ਮਜ਼ਦੂਰਾਂ ਦੇ ਪੁੱਤਾਂ ਵੀ ਅਸੀਂ ਵੀ ਤੁਹਾਡੇ ਨਾਲ ਸਹਿਮਤ ਹਾਂ। ਤਾਂ ਇਹ ਤੋਂ ਗਾਂ ਜਿਹੜੇ ਦੇਰ ਰਾਤ ਤੱਕ ਇਹਨੂੰ ਚਲਾ ਕੇ ਜਿਹੜੇ ਕੋਈ ਲੋਕਾਂ ਦੇ ਕੰਮਕਾਰ ਉਹ ਕਰ ਦਿੱਤੇ ਜਾਣਗੇ। ਤੇ ਇਹ ਗਲਤੀ ਪਾਸਪੋਰਟ ਦਫ਼ਤਰ ਦੀ ਆ, ਸੈਂਟਰ ਗਵਰਨਮੈਂਟ ਦੀ ਆ, ਜਿਨਨੇ ਇਹਨਾਂ ਨੂੰ ਆਨਲਾਈਨ ਅਪਾਇੰਟਮੈਂਟਾਂ ਦਿੱਤੀਆਂ ਨੇ। ਜਦੋਂ ਭਾਰਤ ਬੰਦ ਸੀ ਤਾਂ ਅੱਜ ਅਪਾਇੰਟਮੈਂਟਾਂ ਦਿੱਤੀਆਂ ਨਹੀਂ ਸੀ ਜਾਣੀਆਂ ਚਾਹੀਦੀਆਂ, ਪਰ ਅਸੀਂ ਸਾਰਿਆਂ ਨੇ ਰਲ ਮਿਲ ਕੇ ਇੱਕ ਸਹਿਮਤੀ ਬਣਾ ਕੇ ਉਹਨੂੰ ਜਿਹੜਾ ਵਾ ਸਹੀ ਤਰੀਕੇ ਨਾਲ ਬੰਦ ਦਾ ਸੱਤਾ ਵੀ ਸਿਰੇ ਲੱਗ ਜੂਗਾ, ਤਾਂ ਜਿਹੜੇ ਵਿਚਾਰੇ ਦੂਰ ਦਰਾਡੋਂ ਆਏ ਉਹਨਾਂ ਦੀ ਐਮਰਜੈਂਸੀ ਦਾ ਕੰਮ ਵੀ ਹੋਊਗਾ। ਕਿੰਨੇ ਤੋਂ ਕਿੰਨੇ ਵਜੇ ਤੱਕ ਬੰਦ ਰਹੇਗਾ? ਅੱਜ ਉਵੇਂ ਸਵੇਰ ਤੋਂ ਹੁਣ ਬੰਦ ਆ, 4 ਵਜੇ ਤੱਕ ਰੋਡ ਤੇ ਰੇਲ ਸੜਕ ਬੰਦ ਰਹੇਗੀ 4 ਵਜੇ ਤੱਕ। ਉਵੇਂ 6 ਵਜੇ ਤੋਂ ਬਾਅਦ ਜਿਹੜਾ ਕੋਈ ਐਮਰਜੈਂਸੀ ਰੇਲ ਸੇਵਾਵਾਂ 6 ਵਜੇ ਤੱਕ ਵੈਸੇ ਨਾਰਮਲ ਬੰਦ ਹੈਗਾ ਵਾ। ਤਾਂ ਇਹ ਬੰਦ ਲਗਭਗ ਜਿਹੜਾ ਅਸੀਂ ਦੇਖ ਰਹੇ ਤੁਸੀਂ ਵੀ ਸ਼ਹਿਰ 'ਚ ਆਏ ਲਗਭਗ ਕੰਪਲੀਟ ਹੀ ਬੰਦ ਆ, ਲਗਭਗ ਕਿਤੇ ਵੀ ਕੋਈ ਇਹੋ ਜਿਹੀ ਗੱਲ ਵੇਖਿਆ ਗਿਆ ਸਾਰੇ ਸਰਕਾਰੀ ਅਦਾਰੇ ਖੁੱਲੇ ਵੀ ਨਹੀਂ ਰਹਿੰਦੇ ਨਾ। ਮੇਰੀ ਨਜ਼ਰ 'ਚ ਨਹੀਂ, ਜਿਹੜੇ ਕੋਈ ਸਾਡੀ ਨਜ਼ਰ 'ਚ ਆਉਣਗੇ ਅਸੀਂ ਉਹਨਾਂ ਨੂੰ ਬੰਦ ਵੀ ਕਰਾਵਾਂਗੇ। ਮੈਨੂੰ ਨਹੀਂ ਲੱਗਦਾ ਕੋਈ ਸਰਕਾਰੀ ਅਦਾਰਾ ਜੇ ਕੋਈ ਖੁੱਲਾ ਵੀ ਹੋਊਗਾ ਤਾਂ ਅਸੀਂ ਬੰਦ ਕਰਾਵਾਂਗੇ।
ਸੈਂਟਰ ਸਰਕਾਰ ਦੇ ਵੱਲੋਂ ਐਲਾਨੇ ਗਏ ਖੇਤੀ ਕਾਨੂੰਨਾਂ ਦੇ ਰੋਸ ਵਜੋਂ ਅੱਜ ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਭਾਰਤ ਬੰਦ ਦੇ ਸੱਦੇ ਨੂੰ ਲੈ ਕੇ ਬਠਿੰਡਾ ਦਿੱਲੀ ਇੰਟਰਸਿਟੀ ਤਪਾ ਮੰਡੀ ਤੇ ਰੇਲਵੇ ਸਟੇਸ਼ਨ ਤੇ ਟ੍ਰੇਨ ਰੋਕੀ ਗਈ ਹੈ। ਬਠਿੰਡੇ ਤੋਂ ਜਾ ਰਹੀ ਟ੍ਰੇਨ ਦੇ ਵਿੱਚ ਸਵਾਰ ਸੈਂਕੜੇ ਯਾਤਰੀਆਂ ਨੇ ਰੇਲਵੇ ਵਿਭਾਗ ਨੂੰ ਜ਼ਿੰਮੇਵਾਰ ਠਹਿਰਾਉਂਦੇ ਹੋਏ ਕਿਹਾ ਹੈ ਕਿ ਜੇਕਰ ਰੇਲਵੇ ਵਿਭਾਗ ਨੂੰ ਭਾਰਤ ਬੰਦ ਦਾ ਪਤਾ ਸੀ ਤਾਂ ਉਹਨਾਂ ਨੇ ਟਿਕਟਾਂ ਕਿਉਂ ਕੱਟ ਦਿੱਤੀਆਂ, ਜਿਸ ਕਾਰਨ ਵੱਖੋ-ਵੱਖਰੇ ਯਾਤਰੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਈ ਯਾਤਰੀਆਂ ਨੇ ਕਿਹਾ ਹੈ ਕਿ ਉਹ ਆਪਣੇ ਪਰਿਵਾਰਾਂ ਬੱਚਿਆਂ ਸਮੇਤ ਦੂਰ ਜਾ ਰਹੇ ਨੇ, ਪਰ ਰੇਲਵੇ ਵਿਭਾਗ ਦੇ ਵੱਲੋਂ ਕੋਈ ਢੁਕਵਾਂ ਪ੍ਰਬੰਧ ਨਹੀਂ ਕੀਤਾ ਗਿਆ, ਜਿਸ ਕਾਰਨ ਉਹਨਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਯਾਤਰੀਆਂ ਨੇ ਕਿਹਾ ਹੈ ਕਿ ਕਿਸਾਨਾਂ ਦੇ ਜਲਦੀ ਮਸਲੇ ਹੱਲ ਕੀਤੇ ਜਾਣ ਤਾਂ ਜੋ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪੈ ਸਕੇ। ਰੇਲ ਰੁਕਣ ਦਾ ਪਤਾ ਚੱਲਦੇ ਹੀ ਤਪਾ ਮੰਡੀ ਦੀ ਸਮਾਜ ਸੇਵੀ ਸੰਸਥਾਵਾਂ ਯਾਤਰੀਆਂ ਦੇ ਲਈ ਅੱਗੇ ਆਈਆਂ ਨੇ, ਜਿਨ੍ਹਾਂ ਨੇ ਯਾਤਰੀਆਂ ਦੇ ਲਈ ਚਾਹ ਪੀਣ ਦਾ ਪ੍ਰਬੰਧ ਕੀਤਾ ਹੈ। ਸਿਹਤ ਸੇਵਾਵਾਂ ਦੇ ਲਈ ਆਪਣਾ ਅਹਿਮ ਸਹਿਯੋਗ ਦੇਣਾ ਸ਼ੁਰੂ ਕਰ ਦਿੱਤਾ ਹੈ। ਭਾਰਤ ਬੰਦ ਦੇ ਸੱਦੇ ਨੂੰ ਲੈ ਕੇ ਬਾਜ਼ਾਰਾਂ ਦੇ ਵਿੱਚ ਸਨਾਟਾ ਛਾਇਆ ਹੋਇਆ ਹੈ ਅਤੇ ਨੈਸ਼ਨਲ ਹਾਈਵੇ ਤੇ ਸੜਕਾਂ ਵੀ ਖਾਲੀ ਦਿਖਾਈ ਦਿੱਤੀਆਂ ਨੇ। ਕਿਸਾਨ ਆਗੂਆਂ ਨੇ ਕਿਹਾ ਹੈ ਕਿ ਸੈਂਟਰ ਸਰਕਾਰ ਵੱਲੋਂ ਐਲਾਨੇ ਗਏ ਖੇਤੀ ਕਾਨੂੰਨਾਂ ਦੇ ਰੋਸ ਵਜੋਂ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਸੀ ਤਾਂ ਜੋ ਉਹਨਾਂ ਦੀ ਆਵਾਜ਼ ਸੈਂਟਰ तक पहुंच सके। हम तो बहुत परेशानी में पड़ गए, हम समझ में नहीं आ रहा पीछे जाएं आगे जाएं। तो प्राइवेट ऑटो करते हैं, देखिए फिर पहुंच पाते हैं कि नहीं बठिंडा। तो बठिंडा से आ रहे थे, वहाँ भी उतर जाते, लेकिन उन्होंने कहा कि ट्रेन आगे चलेगी, फिर हम उतरे नहीं, बैठ गए। जिम्मेदार किसको मानते हैं आप? सर कम से कम पहले तो इन्फॉर्म तो करना चाहिए था कि ट्रेन नहीं चलेगी, तो हम तो फिर डिसीजन लेते, टिकट नहीं करवाते ना। रेलवे को ही हम जिम्मेदार मानेंगे। कौन कौन से कितने व्यक्ति आपके साथ है? सर 3 हम एडल्ट हैं और 2 बच्चे हैं साथ में। एक 6 साल की बच्ची, एक 3 साल की बच्ची है साथ में, और दोनों छोटे छोटे बच्चे हैं। दोनों को अब कैसे किधर लेके जाए कुछ समझ में नहीं आ रहा, घर जाएं कि आगे जाएं। तो यदि ऐसा था तो काउंटर पे बता देना चाहिए था कि इस तरह की परेशानी आने वाली, हम लोग वहीं पर नहीं ट्रेन पकड़ते। वहाँ तो बोले कि ट्रेन आगे जाएगी, हम लोग बैठ गए। अब यहाँ पे आए तो ट्रेन रुकी हुई है, आगे बढ़ नहीं रही, बोले नहीं जाएगी ट्रेन, आगे वो उतर जाए। अब छोटे छोटे बच्चे को भूखे प्यासे लेके अब किधर जाए समझ में नहीं आ रहा। सर जी ਇਹ ਤੇ ਗਲਤ ਗੱਲ ਹੋ ਗਈ ਨਾ ਸਾਡੇ ਵਾਸਤੇ। ਜੇ ਤੇ ਚਲਾਣੀ ਨਹੀਂ ਚਾਹੀਦੀ ਸੀ, ਜੇ ਤੇ ਚਲਾ ਦਿੱਤੀ ਹੈ ਤਾਂ ਹੁਣ ਘੱਟੋ ਘੱਟ ਦਿੱਲੀ ਤੇ ਪਹੁੰਚਾਓ। ਚਾਹੇ ਅੰਦੋਲਨ ਹੋਏ ਤੇ ਦਿੱਲੀ ਦੇ ਲਾਗੇ ਤੇ ਰੋਕਣੀ ਚਾਹੀਦੀ ਸੀ ਨਾ ਗੱਡੀ। ਦਿੱਲੀ ਤੋਂ ਪਹਿਲੇ ਰੋਕ ਦਿੰਦੇ, ਕਰਨਾਲ ਰੋਕ ਦਿੰਦੇ, ਕਿੱਥੇ ਵੀ ਰੋਕ ਦਿੰਦੇ। ਲੇਕਿਨ ਹੁਣ ਇਹ ਕਹਿ ਰਹੇ ਨੇ ਵਾਪਸ ਬਠਿੰਡੇ ਕਰਨਗੇ। ਇਹ ਗੱਲ ਕੀ ਹੋ ਗਈ? ਜਿਹਨੇ ਦਿੱਲੀ ਜਾਣਾ ਉਹ ਦਿੱਲੀ ਕਿੱਥੋਂ ਜਾਏਗਾ? ਲਾਗੇ ਗੱਲ ਦੱਸੋ। ਜ਼ਿੰਮੇਦਾਰ ਕਿਹਨੂੰ ਮੰਨਦੇ ਹੈਗੇ? ਹੈ ਜ਼ਿੰਮੇਦਾਰ ਕਿਹਨੂੰ ਮੰਨਦੇ ਹੈਗੇ? ਜ਼ਿੰਮੇਦਾਰ ਭਾਈ ਸਾਹਿਬ ਜੇ ਕਿਸਾਨ ਹੋਏ ਜਾਂ ਰੇਲਵੇ ਹੋਏ ਤਾਂ ਸਾਡੇ ਵਾਸਤੇ ਤਾਂ ਪਰੇਸ਼ਾਨੀ ਹੋ ਗਈ ਨਾ। ਹੁਣ ਕਿਸਾਨ ਆਪਣਾ ਅੰਦੋਲਨ ਕਰਨਗੇ ਤੇ ਧਰਨੇ ਤੇ ਬੈਠੇ ਹੋਏ ਨੇ, ਕਿੰਨੇ ਟਾਈਮ ਤੇ ਬੈਠੇ ਹੋਏ ਨੇ। ਜਦ ਸਰਕਾਰ ਉਹਨਾਂ ਦੀ ਗੱਲ ਨਹੀਂ ਸੁਣ ਰਹੀ, ਕੋਈ ਆਮ ਪਬਲਿਕ ਗੱਲ ਨਹੀਂ ਸੁਣ ਰਹੀ ਤੇ ਕੌਣ ਸੁਣੇਗਾ? ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਭਾਰਤ ਬੰਦ ਤਹਿਤ ਸਥਾਨਕ ਮੋਗਾ ਜਲੰਧਰ ਨੈਸ਼ਨਲ ਹਾਈਵੇ ਤੇ ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਮੁਕੰਮਲ ਜਾਮ ਕਰ ਦਿੱਤਾ ਗਿਆ ਅਤੇ ਧਰਨਾ ਵੀ ਦਿੱਤਾ ਗਿਆ। ਇਸ ਦੌਰਾਨ ਕੇਂਦਰ ਦੀ ਮੋਦੀ ਸਰਕਾਰ ਖਿਲਾਫ ਜਾਮ ਕੇ ਨਾਅਰੇਬਾਜ਼ੀ ਵੀ ਕੀਤੀ ਗਈ ਹੈ। ਇਸ ਮੌਕੇ ਵੱਖ-ਵੱਖ ਕਿਸਾਨ ਆਗੂਆਂ ਨੇ ਕਿਹਾ ਕਿ ਕੇਂਦਰ ਦੀ ਹੰਕਾਰੀ ਮੋਦੀ ਸਰਕਾਰ ਕਿਸਾਨਾਂ ਨੂੰ ਅਤੇ ਕਿਸਾਨੀ ਨੂੰ ਤਬਾਹ ਕਰਨ ਦੇ ਲਈ ਤੁਲੀ ਹੋਈ ਹੈ। ਕੇਂਦਰ ਸਰਕਾਰ ਖੇਤੀ ਕਾਨੂੰਨਾਂ ਸੰਬੰਧੀ ਕਾਨੂੰਨਾਂ ਨੂੰ ਰੱਦ ਕਰਵਾ ਕੇ ਹੀ ਘਰ ਨੂੰ ਵਾਪਸ ਜਾਣ ਦੀ ਗੱਲਬਾਤ ਕਰ ਰਹੇ ਨੇ। ਉਹਨਾਂ ਨੇ ਕਿਹਾ ਕਿ ਜੇਕਰ ਕੇਂਦਰ ਸਰਕਾਰ ਨੇ ਕਾਲੇ ਕਾਨੂੰਨ ਰੱਦ ਨਾ ਕੀਤੇ ਤਾਂ ਕਿਸਾਨੀ ਦਾ ਸੰਘਰਸ਼ ਲਗਾਤਾਰ ਜਾਰੀ ਰਹੇਗਾ। ਇਸ ਜਾਮ ਦੌਰਾਨ ਵੱਡੀ ਗਿਣਤੀ ਦੇ ਵਿੱਚ ਵਾਹਨ ਜਾਮ ਦੇ ਵਿੱਚ ਫਸੇ ਨਜ਼ਰ ਆਏ ਨੇ। ਇਸ ਮੌਕੇ ਕੁਲਜੀਤ ਸਿੰਘ ਪੰਡੋਰੀ, ਕਾਮਰੇਡ ਸੂਤਰ ਸਿੰਘ, ਜਸਕਰਨ ਸਿੰਘ ਚੱਕਪੁਰੇ, ਮੇਜਰ ਸਿੰਘ ਦਬੁਰਜੀ, ਸਾਰਸ ਸਿੰਘ, ਭੁਪਿੰਦਰ ਸਿੰਘ ਪੰਡੋਰੀ, ਮਨਰਾਜ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਦੇ ਵਿੱਚ ਕਿਸਾਨ ਹਾਜ਼ਰ ਸਨ। ਇਸ ਮੌਕੇ ਕਿਸਾਨਾਂ ਨੇ ਕੇਂਦਰ ਦੀ ਮੋਦੀ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਵੀ ਕੀਤੀ ਹੈ। ਪੰਜਾਬ ਦੀ ਨਵੀਂ ਕੈਬਨਿਟ ਚੋਂ ਬਾਹਰ ਹੋਏ ਮੋਹਾਲੀ ਦੇ ਵਿਧਾਇਕ ਤੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਪਾਰਟੀ ਹਾਈ ਕਮਾਂਡ ਦੇ ਨਾਲ ਸਖਤ ਗਿਲਾ ਕਰਦਿਆਂ ਕਿਹਾ ਕਿ ਹਾਈ ਕਮਾਂਡ ਉਹਨਾਂ ਦਾ ਕਸੂਰ ਤਾਂ ਦੱਸੇ ਕਿ ਕਿਸ ਵਜ੍ਹਾ ਕਰਕੇ ਉਹਨਾਂ ਨੂੰ ਦੁਬਾਰਾ ਮੰਤਰੀ ਮੰਡਲ ਦੇ ਵਿੱਚ ਨਹੀਂ ਲਿਆਂਦਾ ਜਾ ਰਿਹਾ। ਇਸ ਮੌਕੇ ਸਾਬਕਾ ਕੈਬਨਿਟ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਵੀ ਮੌਜੂਦ ਸਨ। ਉਹਨਾਂ ਨੇ ਹਾਈ ਕਮਾਂਡ ਨੂੰ ਪੱਤਰ ਲਿਖ ਕੇ ਆਪਣੀ ਕਾਰਗੁਜ਼ਾਰੀ ਬਾਰੇ ਤੱਥਾਂ ਸਮੇਤ ਵਿਸਥਾਰ ਦੇ ਨਾਲ ਰਿਪੋਰਟ ਪੇਸ਼ ਕੀਤੀ ਹੈ। ਸ਼੍ਰੀ ਸਿੱਧੂ ਨੇ ਕਿਹਾ ਹੈ ਕਿ ਜੇਕਰ ਉਹਨਾਂ ਨੂੰ ਮੰਤਰੀ ਮੰਡਲ ਦੇ ਵਿੱਚ ਨਹੀਂ ਲੈਣਾ ਸੀ ਤਾਂ ਹਾਈ ਕਮਾਂਡ ਨਵੇਂ ਮੁੱਖ ਮੰਤਰੀ ਘੱਟੋ ਘੱਟ ਇੱਕ ਵਾਰ ਕਹਿ ਤਾਂ ਸਕਦੇ ਸੀ ਕਿ ਉਹ ਖੁਦ ਅਹੁਦੇ ਤੋਂ ਅਸਤੀਫਾ ਦੇ ਦਿੰਦੇ। ਬਲਬੀਰ ਸਿੱਧੂ ਨੇ ਆਪਣੇ ਮਹਿਕਮੇ ਦੀਆਂ ਪ੍ਰਾਪਤੀਆਂ ਦੱਸਦੇ ਹੋਏ ਕਿਹਾ ਕਿ ਕੋਰੋਨਾ ਮਹਾਮਾਰੀ ਦੌਰਾਨ ਉਹਨਾਂ ਸਮੇਤ ਉਹਨਾਂ ਦੀ ਸਮੁੱਚੀ ਟੀਮ ਨੇ ਦਿਨ ਰਾਤ ਇੱਕ ਕਰਕੇ ਸੂਬਾ ਵਾਸੀਆਂ ਦੀ ਸੇਵਾ ਕੀਤੀ ਹੈ ਅਤੇ ਪੰਜਾਬ ਨੂੰ ਮਹਾਮਾਰੀ ਦੀ ਮਾਰ ਤੋਂ ਬਚਾਇਆ ਹੈ। ਕੋਰੋਨਾ ਮਾਮਲਿਆਂ ਦੇ ਵਿੱਚ ਦੇਸ਼ ਦੇ ਬਾਕੀ ਸੂਬਿਆਂ ਦੇ ਨਾਲੋਂ ਪੰਜਾਬ ਦੇ ਵਿੱਚ ਸਥਿਤੀ ਕਾਫੀ ਬਿਹਤਰ ਸੀ ਅਤੇ ਹੁਣ ਤੀਜੀ ਲਹਿਰ ਨਾਲ ਨਜਿੱਠਣ ਲਈ ਸਾਰੇ ਅਗਾਊਂ ਪ੍ਰਬੰਧ ਵੀ ਕੀਤੇ ਗਏ ਸਨ। ਮੈਡੀਕਲ ਕਾਲਜ ਬਣਾਉਣ ਸਫਲ ਹੋਇਆ ਤੇ ਮੈਂ ਉਹਦੇ ਲਈ ਤੁਹਾਨੂੰ ਸਾਰਾ ਕੁਝ ਦੱਸਾਂਗਾ ਵੀ ਆ ਦੂਜੀ ਗੱਲ ਇਹ ਹੈਗੀ ਆ ਕਿ ਵੀ ਅੱਜ
ਹਾਈ ਕਮਾਂਡ ਵੱਲੋਂ ਸਾਡੀ ਸ਼੍ਰੀਮਤੀ ਸੋਨੀਆ ਗਾਂਧੀ ਵੱਲੋਂ ਰਾਹੁਲ ਜੀ ਵੱਲੋਂ ਜੋ ਫੈਸਲੇ ਲਏ ਗਏ ਨੇ ਅਸੀਂ ਸਾਰੇ ਉਹਨਾਂ ਨੂੰ ਖਿੜੇ ਮੱਥੇ ਸਵੀਕਾਰ ਕਰਦੇ ਹਾਂ। ਔਰ ਜਿਸ ਦਿਨ ਬਕਾਇਦਾ ਸਾਨੂੰ ਵੋਟ ਪਾਉਣ ਵਾਸਤੇ ਕਿਹਾ ਗਿਆ ਸੀਗਾ ਕਿ ਤੁਸੀਂ ਕਿਸ ਕੈਂਡੀਡੇਟ ਨੂੰ ਪਸੰਦ ਕਰਦੇ ਹੋ, ਤਾਂ ਮੈਂ ਉਹਨਾਂ ਨੂੰ ਟੈਲੀਫੋਨ ਤੇ ਇਹ ਗੱਲ ਕਹੀ ਸੀ ਕਿ ਮੇਰੀ ਵੋਟ ਸੋਨੀਆ ਗਾਂਧੀ ਦੀ ਵੋਟ ਹੈ ਤੇ ਉਹਦਾ ਹੁਕਮ ਮੇਰੇ ਵਾਸਤੇ ਇਲਾਹੀ ਹੁਕਮ ਹੈ। ਰਾਣਾ ਗੁਰਜੀਤ ਸਿੰਘ ਨੂੰ ਕੈਬਨਿਟ ਦੇ ਵਿੱਚ ਸ਼ਾਮਿਲ ਕਰਨ ਤੇ ਭੁਲਾਥ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਹੈ ਕਿ ਰਾਣਾ ਗੁਰਜੀਤ ਸਿੰਘ ਨੂੰ ਕੈਬਨਿਟ ਮੰਤਰੀ ਵਜੋਂ ਸ਼ਾਮਿਲ ਕਰਨਾ ਆਉਣ ਵਾਲੀਆਂ ਚੋਣਾਂ ਦੇ ਵਿੱਚ ਪਾਰਟੀ ਦੇ ਅਕਸ ਨੂੰ ਢਾਹ ਲਾਵੇਗਾ, ਕਿਉਂਕਿ ਅਜੇ ਤੱਕ ਇਸ ਘੁਟਾਲੇ ਬਾਰੇ ਕੋਈ ਕਲੀਨ ਚਿੱਟ ਨਹੀਂ ਮਿਲੀ ਹੈ। ਖਹਿਰਾ ਨੇ ਕਿਹਾ ਹੈ ਕਿ ਕਾਂਗਰਸ ਪਾਰਟੀ ਵੱਲੋਂ ਰਾਜ ਵਿੱਚ ਸਾਫ਼ ਸੁਥਰਾ ਪ੍ਰਸ਼ਾਸਨ ਦੇਣ ਦਾ ਵਾਅਦਾ ਕੀਤਾ ਗਿਆ ਹੈ, ਜਦਕਿ ਰਾਣਾ ਗੁਰਜੀਤ ਸਿੰਘ ਨੂੰ ਰੇਤ ਘੁਟਾਲੇ ਦੇ ਵਿੱਚ ਸ਼ਾਮਿਲ ਹੋਣ ਕਾਰਨ ਅਸਤੀਫਾ ਦੇਣਾ ਪਿਆ ਸੀ ਅਤੇ ਅਜੇ ਵੀ ਈਡੀ ਕੋਲ ਕਾਰਵਾਈ ਚੱਲ ਰਹੀ ਹੈ। ਉਹਨਾਂ ਨੇ ਕਿਹਾ ਹੈ ਕਿ ਉਹ ਘੁਟਾਲੇ ਦੇ ਵਿੱਚ ਸ਼ਾਮਿਲ ਵਿਧਾਇਕ ਨੂੰ ਕੈਬਨਿਟ ਦੇ ਵਿੱਚ ਸ਼ਾਮਿਲ ਕਰਨ ਦਾ ਵਿਰੋਧ ਹਾਈ ਕਮਾਂਡ ਤੱਕ ਦਰਜ ਜ਼ਰੂਰ ਕਰਵਾਉਣਗੇ। ਜ਼ਿਕਰਯੋਗ ਹੈ ਕਿ ਸੂਬਾ ਸਰਕਾਰ ਦੇ ਵਿੱਚ ਕੈਬਨਿਟ ਮੰਤਰੀ ਵਜੋਂ ਕਪੂਰਥਲਾ ਤੋਂ ਵਿਧਾਇਕ ਰਾਣਾ ਗੁਰਜੀਤ ਸਿੰਘ ਨੂੰ ਸ਼ਾਮਿਲ ਕਰਨ ਦੀ ਖਬਰ ਤੋਂ ਬਾਅਦ ਦੁਆਬੇ ਦੇ ਵਿਧਾਇਕਾਂ ਦੇ ਵੱਲੋਂ ਵਿਰੋਧ ਦਰਜ ਕਰਵਾਇਆ ਗਿਆ ਹੈ। ਸੁਖਪਾਲ ਖਹਿਰਾ ਸਮੇਤ ਦੁਆਬੇ ਦੇ ਕਈ ਵਿਧਾਇਕਾਂ ਨੇ ਵਿਰੋਧ ਦੇ ਵਿੱਚ ਕੱਲ ਚਿੱਠੀ ਵੀ ਲਿਖੀ ਸੀ ਅਤੇ ਹੁਣ ਸੁਖਪਾਲ ਖਹਿਰਾ ਨੇ ਖੁੱਲੇ ਤੌਰ ਤੇ ਆਪਣਾ ਵਿਰੋਧ ਦਰਜ ਕਰਵਾਇਆ ਹੈ। सीरियस इशू इसलिए है कि इलेक्शन का समय और पार्टी की ये कोशिश है कि जो ਅਸੀਂ ਮਿਨਿਸਟਰਸ ਰਿਪਲੇਸ ਕਰ ਰਹੇ ਹਾਂ, ਜਿਹੜੇ ਡ੍ਰੌਪ ਕਰ ਰਹੇ ਹਾਂ ਕਿ ਵੀ ਉਹ ਕੰਪੀਟੈਂਟ ਨਹੀਂ ਸੀਗੇ, ਉਹਨਾਂ ਦੇ ਕੋਈ ਇਲਜ਼ਾਮ ਸੀਗੇ, ਪਰ ਰਾਣਾ ਗੁਰਜੀਤ ਤੇ ਤਾਂ ਉਹਨਾਂ ਤੋਂ ਬਹੁਤ ਜ਼ਿਆਦਾ ਸੀਰੀਅਸ ਡੈਮੇਜਿੰਗ ਚਾਰजेस ਨੇ। ਉਹਨਾਂ ਨੂੰ ਅੱਜ ਤੱਕ ਮਾਈਨਿੰਗ ਸਕੈਂਡਲ ਤੋਂ ਕਿਸੇ ਨੇ ਕਲੀਨ ਚਿੱਟ ਨਹੀਂ ਦਿੱਤੀ। ਉਹਨਾਂ ਤੇ 25 ਕਰੋੜ ਰੁਪਏ ਜਿਹੜਾ ਉਹਨਾਂ ਦਾ ਸੀਗਾ ਉਹ ਆਲਰੇਡੀ ਜ਼ਬਤ ਆ ਔਰ ਇਨਫੋਰਸਮੈਂਟ ਡਾਇਰੈਕਟੋਰੇਟ ਜਿਹੜੀ ਉਸ ਦੀ ਇਨਵੈਸਟੀਗੇਸ਼ਨ ਕਰ ਰਹੀ ਹੈ। ਔਰ ਇਸ ਤੋਂ ਇਲਾਵਾ ਜਿਹੜਾ 5 ਕਰੋੜ ਰੁਪਏ ਗੁਰਿੰਦਰ ਪਾਪਾ ਜਿਹੜਾ 2000 ਕਰੋੜ ਦਾ ਵਿਜੀਲੈਂਸ ਆਈਡੀ ਥੋੜੀ ਨੀਚੇ ਕਰ ਲਓ, ਸਾਡੀ ਸਰਕਾਰ ਨੇ ਉਸ ਘੁਟਾਲੇ ਨੂੰ ਰਾਣਾ ਗੁਰਜੀਤ ਦੀ ਜਿਹੜੀ ਫਰੰਟ ਕੰਪਨੀ ਸੀ ਮੈਸਰਸ ਰਾਜਵੀਰ ਐਂਟਰਪ੍ਰਾਈਜ਼ਸ, ਉਸਨੇ 5 ਕਰੋੜ ਰੁਪਏ ਉਹਦੇ ਚ ਬੈਂਕ ਦੇ ਥਰੂ ਪਾਇਆ ਵਾ। ਇਹ ਗੱਲ ਜਸਟਿਸ ਨਾਰੰਗ ਦੀ ਰਿਪੋਰਟ ਵਿੱਚ ਦਰਜ ਆ। ਇਸ ਤਰ੍ਹਾਂ ਦੇ ਇਲਜ਼ਾਮ ਜਿਹੜੇ ਕਿ ਔਨ ਰਿਕਾਰਡ ਨੇ ਔਰ ਕਿਸੇ ਸਰਕਾਰ ਨੇ ਉਹਨਾਂ ਨੂੰ ਕੋਈ ਕਲੀਨ ਚਿੱਟ ਨਹੀਂ ਦਿੱਤੀ। ਇਹਨਾਂ ਹਾਲਾਤਾਂ ਵਿੱਚ ਇਸ ਤਰ੍ਹਾਂ ਦੇ ਮਿਨਿਸਟਰ ਨੂੰ ਬਣਾਉਣਾ ਇੱਕ ਬਹੁਤ ਵੱਡਾ ਬਲੰਡਰ ਕਮਿਟ ਕਰਨ ਜਾ ਰਹੀ ਹੈ। ਪਰ ਇਸ ਨੂੰ ਲੈ ਕੇ ਅਸੀਂ ਆਪਣੇ ਪ੍ਰੈਜ਼ੀਡੈਂਟ ਨਾਲ ਪਹਿਲਾਂ ਗੱਲ ਕਰਾਂਗੇ। ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਕਾਂਗਰਸ ਦੀ ਕੈਬਨਿਟ ਦੇ ਵਿੱਚ ਭ੍ਰਿਸ਼ਟਾਚਾਰ ਦੇ ਦੋਸ਼ਾਂ ਨਾਲ ਲੱਥਪੱਥ ਵਿਅਕਤੀਆਂ ਨੂੰ ਮੰਤਰੀ ਵਜੋਂ ਸ਼ਾਮਿਲ ਕਰਨ ਦੀ ਨਿਖੇਧੀ ਕਰਦਿਆਂ ਆਮ ਆਦਮੀ ਪਾਰਟੀ ਨੇ ਇਸ ਨੂੰ ਲੋਕਤੰਤਰ ਦੀ ਤੋਹੀਨ ਕਰਾਰ ਦਿੱਤਾ ਹੈ। ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਹਾ ਹੈ ਕਿ ਨਵੀਂ ਕੈਬਨਿਟ ਦੇ ਵਿੱਚ ਦਾਗੀ ਮੰਤਰੀਆਂ ਦੀ ਸ਼ਮੂਲੀਅਤ ਤੋਂ ਇਹ ਸਪਸ਼ਟ ਹੋ ਗਿਆ ਹੈ ਕਿ ਚਰਨਜੀਤ ਸਿੰਘ ਚੰਨੀ ਵੀ ਇਸੇ ਹੀ ਗੈਂਗ ਦਾ ਹਿੱਸਾ ਨੇ ਅਤੇ ਕਾਂਗਰਸ ਸਿਰਫ ਮੁੱਖ ਮੰਤਰੀ ਦਾ ਚਿਹਰਾ ਬਦਲ ਕੇ ਇੱਕ ਵਾਰ ਫਿਰ ਲੋਕਾਂ ਦੀਆਂ ਵੋਟਾਂ ਲੁੱਟਣ ਉੱਤੇ ਉਤਾਰੂ ਹੈ। ਉਹਨਾਂ ਨੇ ਕਿਹਾ ਹੈ ਕਿ ਗਾਂਧੀ ਪਰਿਵਾਰ ਪੰਜਾਬ ਦੀ ਕੈਬਨਿਟ ਦੇ ਵਿੱਚ ਮਾਫੀਆ ਰਾਜ ਚਲਾਉਣ ਵਾਲੇ ਲੋਕਾਂ ਨੂੰ ਸ਼ਾਮਿਲ ਕਰਕੇ ਪੰਜਾਬ ਦੇ ਕੁਦਰਤੀ ਸਰੋਤਾਂ ਨੂੰ ਹੋਰ ਲੁੱਟਣਾ ਚਾਹੁੰਦੀ ਹੈ। ਚੀਮਾ ਨੇ ਕਿਹਾ ਹੈ ਕਿ ਇਸ ਤੋਂ ਪਹਿਲਾਂ 4.5 ਸਾਲ ਕੈਪਟਨ ਅਮਰਿੰਦਰ ਸਿੰਘ ਅਤੇ ਉਹਨਾਂ ਦੇ ਕਰੀਬੀਆਂ ਨੇ ਪੰਜਾਬ ਨੂੰ ਖੂਬ ਲੁੱਟਿਆ ਅਤੇ ਹੁਣ ਚੋਣਾਂ ਦੇ ਨੇੜੇ ਲੋਕਾਂ ਦੇ ਵਿਰੋਧ ਤੋਂ ਬਚਣ ਦੇ ਲਈ ਕਾਂਗਰਸ ਨੇ ਉਹਨਾਂ ਨੂੰ ਬਦਲ ਕੇ ਪਾਕ ਸਾਫ਼ ਹੋਣ ਦਾ ਢੋਂਗ ਰਚਿਆ ਹੈ। ਚੀਮਾ ਨੇ ਕਿਹਾ ਕਿ ਕਾਂਗਰਸ ਦੇ ਮੁੱਖ ਮੰਤਰੀ ਦਾ ਮੁਖਾਟਾ ਬਦਲ ਕੇ ਸਿਰਫ ਅਲੀ ਬਾਬਾ ਹੀ ਬਦਲਿਆ ਹੈ, ਜਦੋਂ ਕਿ ਉਹਨਾਂ ਦੇ 40 ਚੋਰ ਹੁਣ ਵੀ ਉੱਥੇ ਹੀ ਮੌਜੂਦ ਨੇ। ਅੱਜ ਪੰਜਾਬ ਵਿੱਚ ਪੰਜਾਬ ਦੇ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਨਵੀਂ ਕੈਬਨਿਟ ਬਣਾਈ ਹੈਗੀ। ਉਸ ਕੈਬਨਿਟ ਦੇ ਵਿੱਚ ਪੁਰਾਣੇ ਉਹ ਮੰਤਰੀ ਜਿਨ੍ਹਾਂ ਉੱਤੇ ਕਰਪਸ਼ਨ ਦੇ ਦਾਗ ਨੇਗੇ, ਜਿਨ੍ਹਾਂ ਦੇ ਖਿਲਾਫ ਜਿਹੜਾ ਹੈਗਾ ਲੰਬੇ ਲੰਬੇ ਸਬੂਤ ਨੇਗੇ, ਬਹੁਤ ਜ਼ਿਆਦਾ ਐਵੀਡੈਂਸ ਆ ਜਿਨ੍ਹਾਂ ਦੇ ਖਿਲਾਫ, ਉਹਨਾਂ ਵਿਅਕਤੀ ਨੂੰ ਦੁਬਾਰਾ ਲੈਣਾ ਇਸ ਗੱਲ ਦਾ ਸਬੂਤ ਹੈਗਾ ਕਿ ਪੰਜਾਬ ਵਿੱਚ ਕੁਝ ਨਹੀਂ ਬਦਲਿਆ। ਜਿਹੜੀ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਆ, ਖਾਸ ਤੌਰ ਤੇ ਗਾਂਧੀ ਪਰਿਵਾਰ, ਉਹ ਮੈਂ ਸਮਝਦਾ ਕਰਪਸ਼ਨ ਵਾਲੇ ਵਿਅਕਤੀਆਂ ਨੂੰ ਜਿਹੜਾ ਤਰਜੀਹ ਦੇ ਰਿਹਾ ਹੈਗਾ, ਜਿਨ੍ਹਾਂ ਦੇ ਖਿਲਾਫ ਗਵਾਹੀ ਸੀਗੀ, ਸਬੂਤ ਸੀਗੇ, ਜਿਨ੍ਹਾਂ ਨੇ ਵੱਡੀ ਪੱਧਰ ਤੇ ਪੰਜਾਬ 'ਚ ਕਰਪਸ਼ਨ ਕੀਤੀ, ਮਾਈਨਿੰਗ ਦੇ ਵਿੱਚ ਕਰਪਸ਼ਨ ਕੀਤੀ ਔਰ ਹੋਰਨਾਂ ਖੇਤਰਾਂ ਦੇ ਵਿੱਚ ਕਰਪਸ਼ਨ ਕੀਤੀ। ਅੱਜ ਉਹਨਾਂ ਨੂੰ ਕੈਬਨਿਟ ਦਾ ਸ਼ਿੰਗਾਰ ਬਣਾ ਕੇ ਕਾਂਗਰਸ ਦੀ ਹਾਈ ਕਮਾਂਡ ਨੇ ਸਿੱਧ ਕੀਤਾ ਗਾ ਕਿ ਕਾਂਗਰਸ ਤੇ ਕਰਪਸ਼ਨ ਇੱਕੋ ਸਿੱਕੇ ਦੇ ਦੋ ਪਹਿਲੂ ਨੇਗੇ। ਇੱਕੋ ਸਿੱਕੇ ਦੇ ਦੋ ਪਹਿਲੂ ਨੇ। ਕਾਂਗਰਸ ਤੇ ਜਿਹੜਾ ਹੈ ਕਰਪਸ਼ਨ ਦਾ ਬੜਾ ਆਪਸ ਵਿੱਚ ਗੂੜਾ ਪਿਆਰ ਹੈਗਾ। ਅੱਜ ਇਸ ਗੱਲ ਦਾ ਸਬੂਤ ਜਿਹੜਾ ਹੈਗਾ ਉਹ ਕਾਂਗਰਸ ਦੀ ਹਾਈ ਕਮਾਂਡ ਨੇ ਔਰ ਪੰਜਾਬ ਦੇ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਦਿੱਤਾ ਹੈਗਾ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਐਲਾਨ ਕੀਤਾ ਹੈ ਕਿ ਅਕਾਲੀ ਬਸਪਾ ਗੱਠਜੋੜ ਸੱਤਾ ਵਿੱਚ ਆ ਕੇ ਇੱਕ ਕਮਿਸ਼ਨ ਬਣਾਏਗਾ ਜੋ ਪੰਜਾਬ ਕਾਂਗਰਸ ਵੱਲੋਂ ਚੋਣਾਂ ਤੋਂ ਪਹਿਲਾਂ ਤੱਕ ਕੀਤੇ ਜਾਣ ਬਾਰੇ ਸਾਰੇ ਫੈਸਲਿਆਂ ਦੀ ਜਾਂਚ ਕਰਵਾਏਗਾ। ਲੁਧਿਆਣਾ ਫੋਰੀ ਦੌਰਾਨ ਸੁਖਬੀਰ ਬਾਦਲ ਨੇ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸਮੇਤ ਸਾਰੇ ਮੰਤਰੀਆਂ ਦਾ ਇੱਕੋ ਇੱਕ ਟੀਚਾ ਪੰਜਾਬ ਦੇ ਵਿੱਚ ਲੁੱਟ-ਖਸੁੱਟ ਕਰਨਾ ਹੈ, ਪਰ ਪੰਜਾਬ ਦੇ ਲੋਕ ਉਹਨਾਂ ਨੂੰ ਅਜਿਹਾ ਕਰਨ ਦੀ ਇਜਾਜ਼ਤ ਨਹੀਂ ਦੇਣਗੇ। ਉਹਨਾਂ ਨੇ ਕਿਹਾ ਕਿ ਸਰਕਾਰ ਵੱਲੋਂ ਜੋ ਵੀ ਕੰਮ ਸੂਬੇ ਦੇ ਹਿੱਤਾਂ ਖਿਲਾਫ ਕੀਤਾ ਜਾਵੇਗਾ ਉਸ ਬਾਰੇ ਅਕਾਲੀ ਬਸਪਾ ਗੱਠਜੋੜ ਪੜਤਾਲ ਕਰਵਾ ਕੇ ਜ਼ਿੰਮੇਵਾਰ ਖਿਲਾਫ ਸਖਤ ਕਾਰਵਾਈ ਜ਼ਰੂਰ ਕਰੇਗੀ। ਸੁਖਬੀਰ ਬਾਦਲ ਨੇ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਦਿੱਲੀ ਤੋਂ ਚੱਲ ਰਹੀ ਹੈ, ਜਿੱਥੇ ਸੱਤਾ ਦੇ 3 ਵੱਖ-ਵੱਖ ਕੇਂਦਰ ਨੇ। ਉਹਨਾਂ ਨੇ ਕਿਹਾ ਕਿ ਸੋਨੀਆ ਗਾਂਧੀ ਕੁਝ ਕਹਿੰਦੀ ਹੈ, ਰਾਹੁਲ ਗਾਂਧੀ ਦਾ ਕੋਈ ਹੋਰ ਫੈਸਲਾ ਹੁੰਦਾ ਹੈ ਤੇ ਪ੍ਰਿਯੰਕਾ ਦੇ ਹੁਕਮ ਕੁਝ ਹੋਰ ਹੁੰਦੇ ਨੇ। ਉਹਨਾਂ ਮੁੱਖ ਮੰਤਰੀ ਨੂੰ ਸਲਾਹ ਦਿੱਤੀ ਹੈ ਕਿ ਉਹ ਰਬੜ ਦੀ ਮੋਹਰ ਨਾ ਬਣਨ, ਸਗੋਂ ਸਰਕਾਰੀ ਪੱਧਰ ਤੇ ਫੈਸਲੇ ਖੁਦ ਕਰਨ। 4 ਬੰਦੇ ਲੱਡੂ ਵੰਡ ਕੇ ਘਰੇ ਬਹਿ ਜਾਂਦੇ ਆ। ਮੰਤਰੀਆਂ ਦੇ ਜਿਹੜੇ 4-5 ਦਿਨ ਲੱਗੇ, ਅਖੀਰ ਤੱਕ ਗਵਰਨਰ ਹਾਊਸ ਨੇ ਅਲਟੀਮੇਟ ਦੇਣਾ ਪਿਆ, ਤੁਹਾਨੂੰ ਲਿਸਟ ਦਿੰਦੇ ਹੋ ਕਿ ਨਹੀਂ, ਅਸੀਂ ਪੋਸਟਪੋਨ ਕਰਦੇ ਹਾਂ। ਕਈ ਮੰਤਰੀ ਜਿਹੜੇ ਆਪਣੇ ਆਪ ਨੂੰ ਸਮਝ ਗਏ ਸੀ ਮੰਤਰੀ ਲੱਡੂ ਵੰਡ ਕੇ ਘਰੇ ਬਹਿ ਗਏ। ਹੁਣ ਜਿਹੜੀ ਚੋਇਸ ਕੀਤੀ ਗਈ ਹੈ ਤੁਹਾਡੇ ਸਾਹਮਣੇ ਹੈ। ਸੀਐਮ ਸਾਹਿਬ ਚੰਨੀ ਸਾਹਿਬ ਦਾ ਪਹਿਲਾ ਬਿਆਨ ਕਿ ਮੈਂ ਲੈਂਡ ਸੈਂਡ ਮਾਫੀਆ ਮੇਰੇ ਕੋਲੇ ਨਾ ਹੋਣ, ਤੇ ਰਾਣਾ ਗੁਰਜੀਤ ਸਿੰਘ ਦਾ ਇੰਡਿਕਟਡ ਹੈ, ਸਭ ਤੋਂ ਮੰਤਰੀ ਤੋਂ ਕੱਢਿਆ ਗਿਆ ਸੈਂਡ ਮਾਫੀਆ ਕਰਕੇ, ਤੇ ਸਭ ਤੋਂ ਪਹਿਲਾਂ ਕੈਬਨਿਟ ਜ਼ਰੂਰ ਲੈ ਲਿਆ। ਜਿਹੜਾ ਆਪਣਾ ਰਾਜਾ ਬਣੇਗਾ, 3 ਬੱਚਿਆਂ ਦੇ ਮਰਡਰ ਕੇਸ, ਸੁਸਾਈਡ ਕੇਸ ਇਨਵੋਲਡ ਹੈ, ਪੂਰਾ ਪਰਿਵਾਰ ਖਤਮ ਕਰ ਦਿੱਤਾ ਹੈ। ਫਰੀਦਕੋਟ ਮੁਕਤਸਰ ਹੁਣ ਉਹਨੂੰ ਲੈ ਲਿਆ। ਇੱਧਰ ਕਾਦੀਆ ਕੇਸ ਵਾਲੇ, ਰੇਪ ਕੇਸ ਵਾਲਾ ਮੰਤਰੀ ਲੈ ਲਿਆ। ਤੇ ਮੈਂ ਹੈਰਾਨ ਹੈ, ਇੱਥੇ ਹੁਣ ਧੜੇ ਡਿਵਾਈਡ, ਕਾਂਗਰਸ ਇੰਨੀ ਡਿਵਾਈਡ ਹੋ ਗਈ, ਹੁਣ ਹਿੱਸੇ ਵੰਡੇ ਗਏ ਹੈ। ਮੇਰਾ ਗਰੁੱਪ ਆ ਕਰੂਗਾ, ਤੇਰਾ ਗਰੁੱਪ ਆ ਕਰੂਗਾ। ਤੇ ਤੁਸੀਂ ਦੇਖ ਲਓ ਆਹ ਫਰਕ ਹੈ ਇੱਕ ਸੂਬੇ ਦੀ ਪਾਰਟੀ ਦਾ ਤੇ ਦਿੱਲੀ ਦੇ ਹੁਕਮਰਾਨਾਂ ਦਾ। ਦਿੱਲੀ ਦਰਬਾਰ ਦੇ ਸਾਹਮਣੇ ਕਾਂਗਰਸੀ ਹੱਥ ਜੋੜ ਕੇ ਖੜੇ ਆ, ਤੇ ਜੋ ਦਿੱਲੀ ਦਰਬਾਰ ਦਾ ਫੈਸਲਾ ਹੈ ਉਹ ਇੱਥੇ ਲਾਗੂ ਹੁੰਦਾ ਹੈ। ਕੇਂਦਰ ਦੀ ਮੋਦੀ ਸਰਕਾਰ ਦੇ ਵੱਲੋਂ ਪੂਰੇ ਦੇਸ਼ ਦੇ ਕਿਸਾਨਾਂ ਤੇ ਧੱਕੇ ਦੇ ਨਾਲ ਥੋਪੇ ਜਾ ਰਹੇ ਕਾਲੇ ਕਾਨੂੰਨਾਂ ਦੇ ਵਿਰੋਧ ਦੇ ਵਿੱਚ ਕਿਸਾਨ ਸੰਯੁਕਤ ਮੋਰਚੇ ਦੇ ਵੱਲੋਂ 27 ਸਤੰਬਰ ਨੂੰ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਸੀ। ਇਸ ਦੇ ਚੱਲਦਿਆਂ ਸਰਹੱਦੀ ਤਹਿਸੀਲ ਅਜਨਾਲਾ ਵਿਖੇ ਇਸ ਬੰਦ ਦੇ ਸੱਦੇ ਦਾ ਸਮੂਹ ਦੁਕਾਨਦਾਰਾਂ ਦੇ ਵੱਲੋਂ ਭਰਵਾਂ ਹੁੰਗਾਰਾ ਦਿੱਤਾ ਗਿਆ ਹੈ। ਅਜਨਾਲਾ ਸਮੇਤ ਵੱਖ-ਵੱਖ ਪਿੰਡਾਂ ਤੇ ਕਸਬਿਆਂ ਦੇ ਸਮੂਹ ਦੁਕਾਨਦਾਰਾਂ ਨੇ ਦੁਕਾਨਾਂ ਬੰਦ ਰੱਖ ਕੇ ਭਾਰਤ ਬੰਦ ਦੇ ਸੱਦੇ ਨੂੰ ਭਰਵਾਂ ਹੁੰਗਾਰਾ ਦਿੱਤਾ ਹੈ। ਅਮਰੀਕਾ ਦੇ ਟੈਕਸਾਸ ਦੇ ਵਿੱਚ ਡੇਲ ਰੀਓ ਦੇ ਪੁਲ ਹੇਠਾਂ ਇਕੱਠੇ ਹੋਏ ਹਜ਼ਾਰਾਂ ਪ੍ਰਵਾਸੀਆਂ ਦੀ ਭੀੜ ਨੂੰ ਹਟਾਉਣ ਤੋਂ ਬਾਅਦ ਯੂਐਸ ਮੈਕਸੀਕੋ ਬਾਰਡਰ ਕ੍ਰਾਸਿੰਗ ਨੂੰ ਸ਼ਨੀਵਾਰ ਨੂੰ ਅੰਸ਼ਕ ਤੌਰ ਤੇ ਦੁਬਾਰਾ ਖੋਲ੍ਹਿਆ ਗਿਆ ਹੈ। ਯੂਐਸ ਕਸਟਮਜ਼ ਐਂਡ ਬਾਰਡਰ ਪੈਟਰੋਲ ਅਨੁਸਾਰ ਡੇਲ ਰੀਓ ਪੋਰਟ ਆਫ ਐਂਟਰੀ ਗੈਰ ਕਾਨੂੰਨੀ ਪ੍ਰਵਾਸੀਆਂ ਦੀ ਆਮਦ ਨੂੰ ਰੋਕਣ ਦੇ ਲਈ ਕਈ ਦਿਨਾਂ ਤੋਂ ਬੰਦ ਸੀ। ਸੀਬੀਪੀ ਅਨੁਸਾਰ ਇਹ ਸਰਹੱਦ ਸ਼ਨੀਵਾਰ ਦੁਪਹਿਰ ਨੂੰ ਯਾਤਰੀਆਂ ਤੇ ਪੈਦਲ ਯਾਤਰੀਆਂ ਦੇ ਲਈ ਖੁੱਲੀ ਅਤੇ ਇਸ ਤੋਂ ਬਾਅਦ ਸੋਮਵਾਰ ਸਵੇਰੇ ਵਪਾਰਕ ਮਾਲ ਦੀ ਆਵਾਜਾਈ ਹੋਵੇਗੀ। ਅਧਿਕਾਰੀਆਂ ਦੇ ਅਨੁਸਾਰ ਇਹ ਸਰਹੱਦ 17 ਸਤੰਬਰ ਤੋਂ ਬੰਦ ਸੀ ਅਤੇ ਟ੍ਰੈਫਿਕ ਨੂੰ ਈਗਲ ਪਾਸਪੋਰਟ ਆਫ ਐਂਟਰੀ ਵੱਲ ਮੋੜ ਦਿੱਤਾ ਗਿਆ ਸੀ। ਪਿਛਲੇ ਹਫ਼ਤੇ 15,000 ਦੇ ਕਰੀਬ ਗੈਰ ਕਾਨੂੰਨੀ ਪ੍ਰਵਾਸੀ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਹੈਤੀ ਦੇਸ਼ ਦੇ ਸਨ, ਇਹ ਪ੍ਰਵਾਸੀ ਰੀਓ ਗ੍ਰਾਂਡੇ ਦੇ ਨੇੜੇ ਇੱਕ ਪੁਲ ਦੇ ਹੇਠਾਂ ਇਕੱਠੇ ਹੋਏ ਸਨ, ਜਿਨ੍ਹਾਂ ਨੂੰ ਹੁਣ ਅਧਿਕਾਰੀਆਂ ਦੁਆਰਾ ਹਟਾ ਦਿੱਤਾ ਗਿਆ। ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਨੀ ਦਿਨੀ ਅਮਰੀਕਾ ਫੇਰੀ ਤੇ ਨੇ। आपसी इस फेरी दौरान नरेंद्र मोदी ने शनिवार ਨੂੰ न्यूयॉर्क स्थित यूनाइटेड नेशनल ऑर्गेनाइजेशन ਦੇ ਵਿੱਚ ਆਪਣਾ ਭਾਸ਼ਣ ਦਿੱਤਾ ਹੈ। ਪਰ ਇਸ ਦਿਨ ਨਰਿੰਦਰ ਮੋਦੀ ਨੂੰ ਯੂਐਨਓ ਸੈਂਟਰ ਅੱਗੇ ਇਕੱਠੇ ਹੋਏ ਕਿਸਾਨ ਹਿਤੈਸ਼ੀ ਲੋਕਾਂ ਦਾ ਵਿਰੋਧ ਪ੍ਰਦਰਸ਼ਨ ਦਾ ਸਾਹਮਣਾ ਕਰਨਾ ਪਿਆ ਹੈ। ਇਹ ਵਿਰੋਧ ਪ੍ਰਦਰਸ਼ਨ ਬਿਲਕੁਲ ਜਾਇਜ਼ ਸੀ ਕਿਉਂਕਿ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਉੱਥੇ ਵਿਰੋਧ ਪ੍ਰਦਰਸ਼ਨ ਕਰ ਰਹੇ ਸਨ। ਇਸ ਮੌਕੇ ਭਾਰਤੀ ਕਿਸਾਨ ਹਿਤੈਸ਼ੀ ਲੋਕਾਂ ਨੇ ਭਾਰੀ ਗਿਣਤੀ ਦੇ ਵਿੱਚ ਇਸ ਮੁਜ਼ਾਹਰੇ ਦੇ ਵਿੱਚ ਸ਼ਾਮਿਲ ਹੋ ਕੇ ਇਸ ਨੂੰ ਸਫਲ ਬਣਾਇਆ ਹੈ। ਜ਼ਿਕਰਯੋਗ ਹੈ ਕਿ ਭਾਰਤ ਦੇ ਵਿੱਚ ਕਿਸਾਨ ਵਿਰੋਧੀ ਕਾਲੇ ਕਾਨੂੰਨਾਂ ਦੇ ਮੱਦੇਨਜ਼ਰ ਮੋਦੀ ਸਰਕਾਰ ਦਾ ਭਾਰਤ ਦੇ ਵਿੱਚ ਵੀ ਵਿਰੋਧ ਹੋ ਰਿਹਾ ਹੈ। ਨਾਲ ਦੇ ਨਾਲ ਵਿਦੇਸ਼ਾਂ ਦੇ ਵਿੱਚ ਵੀ ਕਿਸਾਨ ਪੱਖੀ ਲੋਕਾਂ ਦੇ ਵੱਲੋਂ ਵਿਰੋਧ ਕੀਤਾ ਗਿਆ, ਜਿਸ ਦੇ ਤਹਿਤ ਇਨੀ ਦਿਨੀ ਨਰਿੰਦਰ ਮੋਦੀ ਦੀ ਅਮਰੀਕਾ ਫੇਰੀ ਦੌਰਾਨ ਵੀ ਭਾਰਤੀ ਪੰਜਾਬੀ ਭਾਈਚਾਰੇ ਦੇ ਕਿਸਾਨ ਪੱਖੀ ਲੋਕਾਂ ਦੇ ਵੱਲੋਂ ਕਿਸਾਨੀ ਝੰਡਿਆਂ ਦੇ ਨਾਲ ਵਿਰੋਧ ਕੀਤਾ ਗਿਆ। ਇਹ ਵਿਰੋਧ ਬਿਲਕੁਲ ਜਾਇਜ਼ ਸੀ ਕਿਉਂਕਿ ਉਹਨਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਵਿਰੋਧ ਕੀਤਾ ਹੈ। ਪਰ
ਭਾਰਤ ਦੇ ਜੋ ਪ੍ਰਧਾਨ ਮੰਤਰੀ ਨੇ ਉਹਨਾਂ ਦੇ ਕੰਨਾਂ ਤੇ ਜੂੰ ਤੱਕ ਨਹੀਂ ਸਰਕ ਰਹੀ ਹੈ। ਸੋ ਸ਼ਨੀਵਾਰ ਨੂੰ ਨਿਊਯਾਰਕ ਦੇ UNO ਸੈਂਟਰ ਅੱਗੇ ਕੀਤਾ ਗਿਆ ਮੁਜ਼ਾਹਰਾ ਵੀ ਇਸੇ ਦੀ ਲਹਿਰ ਦਾ ਇੱਕ ਹਿੱਸਾ ਸੀ, ਜਿਸ ਦੇ ਵਿੱਚ ਕਿਸਾਨ ਪੱਖੀ ਵਿਦੇਸ਼ੀ ਭਾਈਚਾਰੇ ਨੇ ਮੋਦੀ ਸਰਕਾਰ ਵਿਰੁੱਧ ਆਪਣਾ ਰੋਸ ਪ੍ਰਗਟਾਇਆ ਹੈ। ਇਸ ਹਨ ਅੱਜ ਦੀਆਂ ਖਾਸ ਖਬਰਾਂ। ਦੇਸ਼ ਵਿਦੇਸ਼ ਦੀਆਂ ਹੋਰ ਖਬਰਾਂ ਦੇਖਣ ਦੇ ਵਾਸਤੇ ਤੁਸੀਂ ਸਾਡੇ YouTube ਚੈਨਲ ਪੰਜਾਬ ਮੇਲ USA TV ਨੂੰ ਕਰੋ ਸਬਸਕ੍ਰਾਈਬ। ਧੰਨਵਾਦ।